ਹੈਲੋ ਸਟੂਡੈਂਟਸ, ਵੈਲਕਮ ਟੂ ਸੁਖੇਜਾ ਟਿਊਸ਼ਨਸ। ਮੈਂ ਤੁਹਾਡਾ ਬਹੁਤ ਸਵਾਗਤ ਕਰਦੀ ਹਾਂ ਜੀ ਸੁਖੇਜਾ ਟਿਊਸ਼ਨਸ ਦੇ ਵਿੱਚ। ਆਈ ਹੋਪ ਤੁਸੀਂ ਮੇਰੇ ਪਹਿਲਾਂ ਵਾਲੇ 3 ਦੇ 3 ਲੈਕਚਰਸ ਦੇਖ ਚੁੱਕੇ ਹੋਣਗੇ। ਅੱਜ ਆਪਣਾ 4th ਲੈਕਚਰ ਹੈ ਜੀ। ਐਨਟੀਟੀ ਦੀ ਆਪਾਂ ਤਿਆਰੀ ਸਟਾਰਟ ਕੀਤੀ ਹੈ। ਇਸ ਤੋਂ ਪਹਿਲਾਂ ਆਪਾਂ ਨੇ ਕੀ ਕੀਤਾ ਹੈ, ਆਪਾਂ ਨੇ ਕੋਮਨੀਅਸ ਬਾਰੇ ਪੜ੍ਹਿਆ ਹੈ, ਰੋਬਰਟ ਓਵੇਨ ਬਾਰੇ ਪੜ੍ਹਿਆ ਹੈ ਐਂਡ ਉਸ ਤੋਂ ਬਾਅਦ ਫਰੋਬੇਲ ਬਾਰੇ ਪੜ੍ਹਿਆ ਸੀਗਾ। ਉਹਨਾਂ ਨੇ ਕੀ ਕੰਮ ਕੀਤਾ ਸੀ ਕਿੰਡਰਗਾਰਟਨ ਸ਼ੁਰੂ ਕਰਨ ਲਈ, ਪ੍ਰੀ ਪ੍ਰਾਇਮਰੀ ਆਹ ਜਿਹੜੇ ਹੈਗੇ ਆਪਣੀ ਨਰਸਰੀ ਸਕੂਲ ਸਟਾਰਟ ਕਰਨ ਲਈ। ਠੀਕ ਹੈ, ਕੀ ਇਹਨਾਂ ਨੇ ਸਮਾਜ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਸੀ, ਕੀ ਇਹਨਾਂ ਦੇ ਸਿਧਾਂਤ ਸੀਗੇ, ਕੀ ਇਹਨਾਂ ਦੀਆਂ ਪੋਲਿਸੀਜ਼। ਠੀਕ ਹੈ, ਇਹ ਆਪਾਂ ਕੀਤਾ ਸੀ। ਆਪਾਂ ਕੀ ਕਰ ਰਹੇ ਹਾਂ ਜੀ, ਕਿਹੜਾ ਪ੍ਰੀ ਪ੍ਰਾਇਮਰੀ ਦੀਆਂ ਜੋ ਪੋਲਿਸੀਜ਼ ਨੇ, ਠੀਕ ਹੈ, ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਨਾਲ ਰਿਲੇਟਿਡ ਉਹਦੀਆਂ ਇਹ ਕਲਾਸਿਸ ਚੱਲ ਰਹੀਆਂ। ਠੀਕ ਹੈ, ਤੁਹਾਡੀ ਡੇਲੀ 7 ਵਜੇ ਜੀਕੇ ਦੀ ਕਲਾਸ ਹੁੰਦੀ ਹੈ ਐਨਟੀਟੀ ਵਾਲਿਆਂ ਦੀ, ਅਤੇ 9 ਵਜੇ ਤੁਹਾਡੀ ਇਹਦੀ ਪ੍ਰੀ ਪ੍ਰਾਇਮਰੀ ਦੀ ਕਲਾਸ ਹੁੰਦੀ ਹੈ ਜੀ, ਪੋਲਿਸੀਜ਼ ਰਿਲੇਟਿਡ ਵਿਦ ਪ੍ਰੀ ਪ੍ਰਾਇਮਰੀ ਐਜੂਕੇਸ਼ਨ। ਠੀਕ ਹੈ, ਸਾਰੇ ਟਾਈਮ ਨਾਲ ਕਲਾਸ ਦੇ ਵਿੱਚ ਆ ਜਾਇਆ ਕਰੋ। ਕਾफ़ी ਬੱਚੇ ਬਾਰ-ਬਾਰ ਪੁੱਛਦੇ ਆ ਮੈਡਮ ਐਨਟੀਟੀ ਦੀਆਂ ਪੋਸਟਾਂ ਆ ਗਈਆਂ। ਬੱਚੇ ਕਦੇ ਵੀ ਆ ਸਕਦੀਆਂ ਨੇ। ਆਪਾਂ ਨੇ ਤਿਆਰੀ ਪਹਿਲਾਂ ਸਟਾਰਟ ਕਰਤੀ ਹੈ ਤਾਂ ਕਿ ਜਦੋਂ ਤੱਕ ਪੋਸਟਾਂ ਆਪਣੀ ਤਿਆਰੀ ਕੁਝ ਹੱਦ ਤੱਕ ਹੋ ਚੁੱਕੀ ਹੋਵੇ। ਅਸੀਂ ਤਾਂ ਕੋਸ਼ਿਸ਼ ਕਰਾਂਗੇ ਕਿ ਪੂਰੀ ਹੀ ਤਿਆਰੀ ਹੋ ਜੇ, ਉਸ ਤੋਂ ਬਾਅਦ ਆਪਾਂ ਟੈਸਟ ਸੀਰੀਜ਼ ਲਗਾਈਏ, ਮੌਕ ਟੈਸਟ ਕਰੀਏ, ਲੇਕਿਨ ਜਿੰਨੀ ਪੋਸੀਬਲ ਹੋ ਸਕੀ ਆਪਾਂ ਉਨੀ ਤਿਆਰੀ ਤੁਹਾਨੂੰ ਕਰਵਾਵਾਂਗੇ। ਠੀਕ ਹੈ, ਚਲੋ ਜੀ, ਆਪਾਂ ਨੇ ਕੀ ਪੜ੍ਹ ਲਿਆ। ਪਹਿਲਾਂ ਆਪਾਂ ਨੇ ਕੋਮੇਨੀਅਸ ਬਾਰੇ ਪੜ੍ਹ ਲਿਆ। ਠੀਕ ਹੈ, ਉਹ ਤੋਂ ਬਾਅਦ ਆਪਾਂ ਨੇ ਓਵੇਨ ਬਾਰੇ ਪੜ੍ਹਿਆ, ਉਸ ਤੋਂ ਬਾਅਦ ਆਪਾਂ ਨੇ ਫਰੋਬੇਲ ਬਾਰੇ ਪੜ੍ਹਿਆ। ਠੀਕ ਹੈ, ਅੱਜ ਮੈਨੇ ਮੋਂਟੇਸਰੀ ਕਲਾਸਿਸ ਸਟਾਰਟ ਕਰਵਾਉਣੀਆਂ ਸੀ, ਲੇਕਿਨ ਉਸ ਤੋਂ ਪਹਿਲਾਂ ਇੱਕ ਤੁਹਾਡਾ ਹੋਰ ਟੌਪਿਕ ਆ ਗਿਆ, ਦ ਮੂਵਮੈਂਟ ਆਫ ਨਰਸਰੀ ਸਕੂਲਸ। ਕਿਵੇਂ ਮੂਵਮੈਂਟ ਹੋਈ ਜੀ ਨਰਸਰੀ ਸਕੂਲਸ ਦੀ। ਠੀਕ ਹੈ, ਕਿਵੇਂ ਇਹ ਸਟਾਰਟ ਹੋਈਆਂ, ਨਰਸਰੀ ਸਕੂਲਸ ਕਿਵੇਂ ਸਟਾਰਟ ਹੋਏ। ਇਹ 2 ਸਿਸਟਰਸ ਨੇ ਸਟਾਰਟ ਕੀਤਾ ਸੀਗਾ। ਠੀਕ ਹੈ, ਉਹ ਵੀ ਅੱਗੇ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਦੱਸੂੰਗੀ ਜੋ ਉਹਨਾਂ ਦਾ ਮੇਨ ਯੋਗਦਾਨ ਸੀਗਾ, ਕੰਟਰੀਬਿਊਸ਼ਨ ਸੀਗਾ ਨਰਸਰੀ ਸਕੂਲਸ ਚਲਾਉਣ ਲਈ। ਠੀਕ ਹੈ, ਵੈਸੇ ਮੈਂ ਕੱਲ੍ਹ ਕਹਿ ਕੇ ਗਈ ਸੀ ਕਿ ਮੈਂ ਤੁਹਾਨੂੰ ਮਾਰੀਆ ਮੋਂਟੇਸਰੀ ਬਾਰੇ ਪੜ੍ਹਾਉਣਾ ਹੈ, ਲੇਕਿਨ ਉਸ ਤੋਂ ਪਹਿਲਾਂ ਵੀ 2 ਚੀਜ਼ਾਂ ਹੈਗੀਆਂ ਜੀ ਪੜ੍ਹਾਉਣ ਵਾਲੀਆਂ, ਤਾਂ ਅੱਜ ਆਪਾਂ ਪਹਿਲਾਂ ਉਹ ਪੜ੍ਹਾਂਗੇ, ਉਸ ਤੋਂ ਬਾਅਦ ਆਪਾਂ ਮਾਰੀਆ ਮੋਂਟੇਸਰੀ ਨੈਕਸਟ ਲੈਕਚਰ ਦੇ ਵਿੱਚ ਪੜ੍ਹਾਂਗੇ। ਠੀਕ ਹੈ ਸਟੂਡੈਂਟਸ, ਠੀਕ ਹੈ ਜੀ। ਬਹੁਤ ਹੀ ਇੰਟਰਸਟਿੰਗ ਚੀਜ਼ਾਂ ਹੋਣ ਵਾਲੀਆਂ ਨੇ। ਠੀਕ ਹੈ, ਉਸ ਤੋਂ ਪਹਿਲਾਂ ਆਪਾਂ ਨੇ ਮਾਰਗਰੇਟ ਮੈਕਮੈਲਨ ਅਤੇ ਉਹਦੀ ਜੋ ਸਿਸਟਰ ਸੀ ਰਾਈਚਲ ਮੈਕਮੈਲਨ, ਉਹਦੇ ਬਾਰੇ ਵੀ ਥੋੜ੍ਹੀ ਜਾਣਕਾਰੀ ਲਵਾਂਗੇ। ਉਸ ਤੋਂ ਪਹਿਲਾਂ ਨਰਸਰੀ ਸਕੂਲਸ ਦੀ ਕੰਟਰੀਬਿਊਸ਼ਨ ਤੋਂ ਪਹਿਲਾਂ ਵੀ ਇੱਕ ਚੀਜ਼ ਹੈਗੀ ਆਪਣੇ ਕੋਲ, ਉਹ ਕੀ ਹੈਗਾ ਜੀ, ਅਰਲੀ ਇਨਫੈਂਟ ਸਕੂਲਸ ਐਂਡ ਕਿੰਡਰਗਾਰਟਨਸ। ਅਰਲੀ ਇਨਫੈਂਟ ਸਕੂਲ ਐਂਡ ਕਿੰਡਰਗਾਰਟਨਸ। ਠੀਕ ਹੈ, ਮਤਲਬ ਛੋਟੇ ਬੱਚਿਆਂ ਲਈ। ਇਨਫੈਂਟ ਮਤਲਬ 1 ਸਾਲ ਤੋਂ ਛੋਟਾ ਬੱਚਾ ਵੀ ਕਈ ਵਾਰ ਕਿਸੇ ਪੇਰੈਂਟਸ ਨੂੰ ਜਿਵੇਂ ਕਿ 6 ਮੰਥਸ ਤੋਂ ਬਾਅਦ ਵੀ ਆਪਣਾ ਕੰਮ ਜੁਆਇਨ ਕਰਨਾ ਪੈ ਜਾਂਦਾ ਹੈ। ਠੀਕ ਹੈ, ਤਾਂ ਉਹਦੇ ਲਈ ਵੀ ਕੁਝ ਸਕੂਲਸ ਸੀਗੇ, ਕਿਵੇਂ ਉਹ ਸਾਰਾ ਕੁਝ ਹੋਇਆ ਆਪਾਂ ਦੇਖਦੇ ਹਾਂ। ਠੀਕ ਹੈ, ਬੜੇ ਹੀ ਧਿਆਨ ਨਾਲ ਲੈਕਚਰ ਨੂੰ ਸੁਣਨਾ। ਇਹ ਇੱਕ ਇਨਫੋਰਮੇਟਿਵ ਲੈਕਚਰ ਹੈ। ਠੀਕ ਹੈ, ਇਹ ਇੱਕ ਇਨਫੋਰਮੇਸ਼ਨ, ਠੀਕ ਹੈ, ਨੌਲੇਜੇਬਲ, ਜੋ ਤੁਹਾਨੂੰ ਬਹੁਤ ਸਾਰੀ ਨੌਲੇਜ ਦੇਗਾ। ਠੀਕ ਹੈ, ਉਹ ਵਾਲਾ ਲੈਕਚਰ ਹੈ। ਇਸ ਤੋਂ ਇੱਕ ਅੱਧਾ ਕੁਐਸਚਨ ਆ ਵੀ ਸਕਦਾ ਹੈ, ਨਹੀਂ ਵੀ ਆ ਸਕਦਾ। ਪਹਿਲੀਆਂ 4-5 ਸਲਾਈਡਸ ਦੇ ਵਿੱਚੋਂ ਤੁਹਾਨੂੰ ਨੌਲੇਜ ਮਿਲੇਗੀ, ਤੁਹਾਡਾ ਗਿਆਨ ਵਧੂਗਾ। ਠੀਕ ਹੈ, ਇਹ 'ਚੋਂ ਕੁਐਸਚਨ ਪੁੱਛਿਆ ਵੀ ਜਾ ਸਕਦਾ, ਨਹੀਂ ਵੀ, ਲੇਕਿਨ ਮੈਂ ਇਹ ਪੜ੍ਹਾ ਰਹੀ ਹਾਂ ਤਾਂ ਬਹੁਤ ਹੀ ਧਿਆਨ ਨਾਲ ਸੁਣਨਾ। ਦੇਖੋ ਜੀ, ਅਰਲੀ ਇਨਫੈਂਟ ਸਕੂਲ ਅਤੇ ਕਿੰਡਰਗਾਰਟਨ। ਠੀਕ ਹੈ, ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਵਿੱਚੋਂ ਗੁਜ਼ਰਨ ਵਾਲਾ ਵਿਸ਼ਵ ਦਾ ਪਹਿਲਾ ਦੇਸ਼ ਜਿਹੜਾ ਇੰਗਲੈਂਡ ਸੀ, ਉਹ ਜਿਹੜਾ ਉਦਯੋਗਿਕ ਕ੍ਰਾਂਤੀ ਇੰਡਸਟਰੀਅਲ ਰੈਵੋਲੂਸ਼ਨ ਹੋਈ ਸੀ, ਗੁਜ਼ਰਨ ਵਾਲਾ ਉਹ ਵਿਸ਼ਵ ਦਾ ਪਹਿਲਾ ਦੇਸ਼ ਸੀਗਾ, ਜਿਸ ਵਿੱਚ ਕੀ ਸੀ, ਵੱਡੀ ਗਿਣਤੀ ਵਿੱਚ ਮਜ਼ਦੂਰ ਜਮਾਤ ਦੇ ਬੱਚਿਆਂ ਨੂੰ ਸਕੂਲ ਵਿੱਚ ਹਾਜ਼ਰੀ ਲਈ ਨਿਰਧਾਰਿਤ ਉਮਰ ਤੋਂ ਘੱਟ ਅਤੇ 1 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕੂਲ ਭੇਜਿਆ ਜਾ ਰਿਹਾ ਸੀ। ਹੁਣ ਇਹਨਾਂ ਨੇ ਆਪਾਂ ਨੂੰ ਕੀ ਕਿਹਾ ਕਿ ਜਿਹੜਾ ਇੰਗਲੈਂਡ ਹੈ ਜੀ, ਉਹ ਉਦਯੋਗਿਕ ਕ੍ਰਾਂਤੀ ਵਿੱਚੋਂ ਗੁਜ਼ਰਨ ਵਾਲਾ ਵਿਸ਼ਵ ਦਾ ਸਭ ਤੋਂ ਪਹਿਲਾ ਦੇਸ਼ ਸੀ, ਜਿਹਦੇ ਵਿੱਚ ਕੀ ਹੋ ਰਿਹਾ ਸੀਗਾ। ਹੁਣ ਅਗਰ ਕੋਈ ਇੰਡਸਟਰੀਅਲ ਰੈਵੋਲੂਸ਼ਨ ਆਈ ਹੈ ਨਾ, ਜਿਹੜੀ ਲਗਾ ਲਓ ਕਿ ਵੈਸੇ ਤਾਂ ਸਾਰੇ ਲੋਕ ਹੀ ਕੁਛ ਨਾ ਕੁਛ ਕੰਮ ਕਰਦੇ ਨੇ, ਹੈ ਨਾ, ਜਿਹੜੇ ਵਿਚਾਰੇ ਗਰੀਬ ਲੋਕ ਹੈ
है ना, ਮਜ਼ਦੂਰ ਕਮਿਊਨਿਟੀ ਹੈ, ਉਹਨਾਂ ਨੇ ਕੀ ਕੀਤਾ ਜੀ, ਉਹਨਾਂ ਨੇ ਕੰਮ 'ਤੇ ਜਾਣਾ ਸ਼ੁਰੂ ਕਰਤਾ ਅਤੇ ਜਿਹੜੇ ਉਹਨਾਂ ਦੇ ਬੱਚੇ ਸੀ ਉਹਨਾਂ ਨੂੰ ਸਕੂਲ ਵਿੱਚ ਭੇਜਣਾ, ਈਵਨ ਕਿ ਜਿਵੇਂ 3 ਸਾਲ ਦੇ ਬੱਚੇ ਨੂੰ ਐਡਮਿਸ਼ਨ ਮਿਲਦੀ ਹੈ ਲਗਾ ਲਓ, ਜਾਂ 4 ਸਾਲ ਦੇ ਬੱਚੇ ਨੂੰ, ਉਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕੂਲ ਭੇਜਣਾ ਸ਼ੁਰੂ ਕਰਤਾ। 1 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕੂਲ ਭੇਜਿਆ ਜਾ ਰਿਹਾ ਸੀਗਾ। ਇਹ ਹੋਣਾ ਸ਼ੁਰੂ ਹੋ ਗਿਆ ਸੀ, ਜੋ ਕਿ ਗਲਤ ਸੀਗਾ। ਠੀਕ ਹੈ, ਬੱਚੇ ਦੀ ਡਿਵੈਲਪਮੈਂਟ ਕਿਵੇਂ ਹੋਏਗੀ ਅਗਰ ਤੁਸੀਂ 1 ਸਾਲ ਤੋਂ ਘੱਟ ਬੱਚੇ ਨੂੰ ਸਕੂਲ ਭੇਜੋਗੇ, ਬੜੇ ਬੱਚਿਆਂ ਵਾਲੇ ਸਕੂਲ ਭੇਜੋਗੇ, ਉਸ ਦੀ ਡਿਵੈਲਪਮੈਂਟ ਕਿਵੇਂ ਹੋਏਗੀ। ਇਹ ਹੋਣ ਲੱਗ ਗਿਆ ਸੀ। ਕੀ ਹੋਣ ਲੱਗਿਆ ਸੀ, ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਵਿੱਚੋਂ ਗੁਜ਼ਰਨ ਵਾਲਾ ਵਿਸ਼ਵ ਦਾ ਪਹਿਲਾ ਦੇਸ਼, ਵੱਡੀ ਗਿਣਤੀ ਵਿੱਚ ਮਜ਼ਦੂਰ ਜਮਾਤ, ਠੀਕ ਹੈ, ਮਜ਼ਦੂਰਾਂ ਦੇ ਜੋ ਬੱਚੇ ਸੀ, ਜਮਾਤ ਦੇ ਬੱਚਿਆਂ ਨੂੰ ਸਕੂਲ ਵਿੱਚ ਹਾਜ਼ਰੀ ਲਈ ਨਿਰਧਾਰਿਤ ਉਮਰ ਤੋਂ ਘੱਟ, ਮਤਲਬ ਜਿੰਨੀ ਉਮਰ ਉਹਨਾਂ ਨੇ ਨਿਰਧਾਰਿਤ ਕੀਤੀ ਹੋਈ ਸੀ ਉਸ ਤੋਂ ਘੱਟ, ਅਤੇ 1 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕੂਲ ਭੇਜਿਆ ਜਾ ਰਿਹਾ ਸੀ। ਜਿਹੜੀ ਉਮਰ ਨਿਰਧਾਰਿਤ ਕੀਤੀ ਹੋਈ ਸੀ ਅਤੇ ਉਹ 1 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕੂਲ ਭੇਜਿਆ ਜਾ ਰਿਹਾ ਸੀ। ਇਹ ਜਾਂ ਤਾਂ ਵੱਡੇ ਬੱਚਿਆਂ ਲਈ ਆਯੋਜਿਤ ਕੀਤਾ ਗਿਆ ਸਕੂਲ ਸੀ ਜਾਂ ਇੱਕ ਬਾਲ ਸਕੂਲ ਸੀ, ਜਿਸ ਵਿੱਚੋਂ ਪਹਿਲਾ ਯੂਟੋਪੀਅਨ ਸਮਾਜਵਾਦੀ ਸੁਧਾਰਕ ਰੋਬਰਟ ਓਵੇਨ ਦੁਆਰਾ 1816 ਵਿੱਚ ਸਕਾਟਲੈਂਡ ਵਿੱਚ ਖੋਲ੍ਹਿਆ ਗਿਆ ਸੀ। ਹੁਣ ਇਹ ਕਿਹੜਾ ਸਕੂਲ ਸੀ, ਜਿੱਥੇ 1 ਸਾਲ ਤੋਂ ਘੱਟ ਬੱਚਿਆਂ ਨੂੰ ਵੀ ਭੇਜਿਆ ਜਾ ਰਿਹਾ ਸੀ, 1 ਸਾਲ ਤੋਂ ਜਿਹੜੇ ਘੱਟ ਉਮਰ ਦੇ ਬੱਚੇ ਉਹਨਾਂ ਨੂੰ ਵੀ ਭੇਜਿਆ ਜਾ ਰਿਹਾ ਸੀ। ਇਹ ਕਿਹੜਾ ਸਕੂਲ ਸੀ, ਇਹ ਜਾਂ ਤਾਂ ਵੱਡੇ ਬੱਚਿਆਂ ਲਈ ਆਯੋਜਿਤ, ਠੀਕ ਹੈ, ਜਿਹੜਾ ਕਿ ਵੱਡੇ ਬੱਚਿਆਂ ਲਈ ਬਣਿਆ ਸੀ ਉਹ ਸਕੂਲ ਸੀ, ਜਾਂ ਇੱਕ ਬਾਲ ਸਕੂਲ ਸੀ, ਮਤਲਬ 2-3 ਸਾਲ ਦੇ ਬੱਚੇ ਦਾ ਸਕੂਲ ਸੀ, ਜਿਸ ਵਿੱਚੋਂ ਪਹਿਲਾ ਯੂਟੋਪੀਅਨ ਸਮਾਜਵਾਦੀ ਸੁਧਾਰਕ ਰੋਬਰਟ ਓਵੇਨ ਦੁਆਰਾ 1816 ਵਿੱਚ ਸਕਾਟਲੈਂਡ ਵਿੱਚ ਖੋਲ੍ਹਿਆ ਗਿਆ ਸੀ। ਠੀਕ ਹੈ, ਇਹਨਾਂ ਨੇ ਕੀ ਦੱਸਿਆ ਕਿ ਇਸ ਪੈਰੇ ਦੇ ਵਿੱਚ ਕੀ ਦੱਸਿਆ ਗਿਆ ਕਿ ਇੰਗਲੈਂਡ ਦੇ ਵਿੱਚ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਆਈ, ਠੀਕ ਹੈ, ਇੰਗਲੈਂਡ ਦੇ ਵਿੱਚ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਆਈ ਤਾਂ ਕੀ ਹੋਇਆ, ਜੋ ਮਜ਼ਦੂਰ ਵਰਗ ਸੀਗਾ ਉਹ ਆਪਣੇ ਬੱਚਿਆਂ ਨੂੰ, ਠੀਕ ਹੈ, ਨਿਰਧਾਰਿਤ ਉਮਰ ਤੋਂ ਘੱਟ, ਮਤਲਬ ਉਹਨਾਂ ਦੀ ਹਲੇ ਉਮਰ ਨਹੀਂ ਸੀਗੀ ਸਕੂਲ ਜਾਣ ਦੀ, ਉਹਨਾਂ ਨੂੰ ਸਕੂਲ ਭੇਜਣਾ ਸ਼ੁਰੂ ਕਰਤਾ, ਜਾਂ 1 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਵੀ ਸਕੂਲ ਭੇਜਿਆ ਜਾਣਾ ਸ਼ੁਰੂ ਹੋ ਗਿਆ। ਠੀਕ ਹੈ, ਇਹ ਕਿਹੜੇ ਸਕੂਲ ਭੇਜੇ ਜਾਣ ਲੱਗਿਆ, ਮਤਲਬ ਕਿਹੜੇ ਸਕੂਲ ਦੇ ਵਿੱਚ ਉਹਨਾਂ ਨੂੰ ਭੇਜਿਆ ਜਾਂਦਾ ਸੀ, ਜਿਹੜਾ ਵੱਡੇ ਬੱਚਿਆਂ ਲਈ ਆਯੋਜਿਤ ਕੀਤਾ ਗਿਆ ਸੀ। ਠੀਕ ਹੈ, ਜਾਂ ਫਿਰ ਇਹ ਇੱਕ ਬਾਲ ਸਕੂਲ ਸੀਗਾ। ਕਿਹਨੇ ਖੋਲ੍ਹਿਆ ਸੀ, ਯੂਟੋਪੀਅਨ ਸਮਾਜਵਾਦੀ ਸੁਧਾਰਕ ਰੋਬਰਟ ਓਵੇਨ ਨੇ। ਠੀਕ ਹੈ, ਕਦੋਂ ਖੋਲ੍ਹਿਆ ਸੀ, 1816 ਵਿੱਚ ਸਕਾਟਲੈਂਡ ਦੇ ਵਿੱਚ ਖੋਲ੍ਹਿਆ ਸੀਗਾ ਇਹ। ਠੀਕ ਹੈ, ਪਹਿਲਾ ਯੂਟੋਪੀਅਨ ਸਮਾਜਵਾਦੀ ਸੁਧਾਰਕ ਰੋਬਰਟ ਓਵੇਨ ਦੁਆਰਾ 1816 ਵਿੱਚ ਸਕਾਟਲੈਂਡ ਵਿੱਚ ਇਹ ਖੋਲ੍ਹਿਆ ਗਿਆ ਸੀ। ਠੀਕ ਹੈ, ਯੂਟੋਪੀਅਨ ਸਮਝ ਕੇ ਨਾ, ਮੈਂ ਪੜ੍ਹਾਇਆ ਹੋਇਆ ਤੁਹਾਨੂੰ ਬਹੁਤ ਅੱਛੀ ਤਰੀਕੇ ਨਾਲ, ਜਿਹਨੇ ਨਹੀਂ ਸਮਝ ਆਇਆ ਉਹ ਜੀ ਲੈਕਚਰ ਨੰਬਰ 2 ਦੇਖ ਲਿਓ, ਉਹਦੇ ਵਿੱਚ ਪੂਰਾ ਯੂਟੋਪੀਅਨ ਬਾਰੇ, ਯੂਟੋਪੀਅਨ ਕੀ ਹੁੰਦਾ, ਯੂਟੋਪੀਅਨ ਟਰਮ ਕੀ ਹੈ, ਉਹਦੇ ਬਾਰੇ ਸਾਰਾ ਕੁਝ ਉਹਦੇ ਵਿੱਚ ਦੱਸਿਆ ਗਿਆ। ਠੀਕ ਹੈ, ਪਹਿਲਾ ਪੈਰਾ ਸਮਝ ਆ ਗਿਆ। ਹੁਣ ਆ ਜਾਓ, ਇਨਫੈਂਟ ਸਕੂਲ ਸੁਸਾਇਟੀਆਂ ਦੁਆਰਾ ਅੱਗੇ ਆਉਣ ਵਾਲੇ ਸ਼ਿਸ਼ੂ ਸਕੂਲਾਂ ਨੂੰ ਅੱਗੇ ਵਧਾਇਆ ਗਿਆ ਸੀ। ਉਹਨਾਂ ਕੋਲ ਇੱਕ ਸਮਾਨ ਉਦੇਸ਼ ਪਾਠਕ੍ਰਮ ਜਾਂ ਸਿੱਖਿਆ ਸ਼ਾਸਤਰ ਦੀ ਘਾਟ ਸੀ, ਪਰ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਾਏ ਜਾਂਦੇ ਵਿਸ਼ਿਆਂ ਦੀ ਤਿਆਰੀ ਪ੍ਰਮੁੱਖ ਸੀ। ਇਸੇ ਤਰ੍ਹਾਂ ਦੀ ਪ੍ਰਕਿਰਿਆ ਦੂਜੇ ਉਦਯੋਗਿਕ ਦੇਸ਼ਾਂ ਵਿੱਚ ਵਪਾਰੀ, ਜਿਵੇਂ ਕਿ ਫਰਾਂਸ, ਜਿੱਥੇ ਪਹਿਲਾ ਪ੍ਰੀ ਸਕੂਲ ਜੈਨ ਫੈਡਰਿਕ ਓਬਰਲਿਨ ਦੁਆਰਾ ਖੋਲ੍ਹੇ ਗਏ ਸਨ। ਹੁਣ ਇਹਨਾਂ ਨੇ ਕੀ ਕਿਹਾ ਜੀ, ਇਹਨਾਂ ਨੇ ਕਿਹਾ ਕਿ ਇਨਫੈਂਟ ਸਕੂਲ ਸੁਸਾਇਟੀਆਂ ਦੁਆਰਾ, ਠੀਕ ਹੈ, ਅੱਗੇ ਆਉਣ ਵਾਲੇ, ਇਹਨਾਂ ਨੇ ਕਿਹਾ ਕਿ ਜਿਹੜੇ ਇਨਫੈਂਟ ਸਕੂਲ ਸੀ ਫਿਰ ਸੁਸਾਇਟੀਆਂ ਦੁਆਰਾ ਚਲਾਉਣੇ ਸ਼ੁਰੂ ਕੀਤੇ ਗਏ। ਠੀਕ ਹੈ, ਅੱਗੇ ਆਉਣ ਵਾਲੇ ਸ਼ਿਸ਼ੂ ਸਕੂਲਾਂ ਨੂੰ ਅੱਗੇ ਵਧਾਇਆ ਗਿਆ ਸੀ। ਕਿਹਨਾਂ ਨੇ ਵਧਾਇਆ ਅੱਗੇ, ਇਨਫੈਂਟ ਸਕੂਲ ਸੁਸਾਇਟੀਆਂ ਦੁਆਰਾ। ਠੀਕ ਹੈ, ਉਹਨਾਂ ਕੋਲ ਇੱਕ ਸਮਾਨ ਉਦੇਸ਼ ਪਾਠ్యਕ੍ਰਮ ਜਾਂ ਸਿੱਖਿਆ ਸ਼ਾਸਤਰ ਦੀ ਘਾਟ ਸੀ, ਮਤਲਬ ਉਹਨਾਂ ਕੋਲ ਕੋਈ ਵੀ ਕਰਿਕੂਲਮ ਨਹੀਂ ਸੀਗਾ, ਕੋਈ ਵੀ ਪਾਠਕ੍ਰਮ, ਮਤਲਬ ਕੋਈ ਟਾਈਮ ਟੇਬਲ ਲਗਾ ਲਓ ਜਾਂ ਤੁਸੀਂ ਕੋਈ ਕੰਟੈਂਟ ਲਗਾ ਲਓ, ਉਹ ਨਹੀਂ ਸੀ, ਉਹਦੀ ਘਾਟ ਸੀਗੀ। ਪਰ ਜਿਹੜਾ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਾਏ ਜਾਂਦੇ ਵਿਸ਼ਿਆਂ ਦੀ ਤਿਆਰੀ ਉਹਨਾਂ ਦੀ ਪ੍ਰਮੁੱਖ ਸੀਗੀ। ਠੀਕ ਹੈ, ਜਿਹੜੇ ਕਿ ਪਹਿਲੀ ਤੋਂ ਲੈ ਕੇ 5ਵੀਂ ਤੱਕ ਦੇ ਐਲੀਮੈਂਟਰੀ ਸਕੂਲ ਹੁੰਦੇ ਆ, ਉਹਨਾਂ ਵਿੱਚ ਜੋ ਪੜ੍ਹਾਇਆ ਜਾਣਾ ਸੀ ਉਹਨਾਂ ਦੀ ਵਿਸ਼ਿਆਂ ਦੀ ਤਿਆਰੀ ਉਹਨਾਂ ਦੀ ਪ੍ਰਮੁੱਖ ਸੀ। ਇਸੇ ਤਰ੍ਹਾਂ ਦੀ ਪ੍ਰਕਿਰਿਆ, ਠੀਕ ਹੈ, ਇਹ ਇੱਥੇ ਤੱਕ ਖਤਮ ਹੋ ਗਈ ਚੀਜ਼। ਹੁਣ ਇਹਨਾਂ ਨੇ ਕੀ ਕਿਹਾ ਕਿ ਇਸੇ ਤਰ੍ਹਾਂ ਦੀ ਪ੍ਰਕਿਰਿਆ ਦੂਜੇ ਉਦਯੋਗਿਕ ਦੇਸ਼ਾਂ ਵਿੱਚ ਵੀ ਸ਼ੁਰੂ ਹੋ ਗਈ, ਜਿਵੇਂ ਕਿ ਫਰਾਂਸ ਦੇ ਵਿੱਚ, ਜਿੱਥੇ ਪਹਿਲਾ ਪ੍ਰੀ ਸਕੂਲ, ਫਰਾਂਸ ਦੇ ਵਿੱਚ ਪਹਿਲਾ ਪ੍ਰੀ ਸਕੂਲ ਜੈਨ ਫੈਡਰਿਕ ਓਬਰਲਿਨ ਦੁਆਰਾ ਖੋਲ੍ਹੇ ਗਏ ਸਨ। ਕਲੀਅਰ ਹੈ ਜੀ। ਸਭ ਤੋਂ ਪਹਿਲਾਂ ਇਹਨਾਂ ਨੇ ਕੀ ਦੱਸਿਆ ਸੀ ਕਿ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਆਈ, ਠੀਕ ਹੈ, ਉਦਯੋਗਿਕ ਕ੍ਰਾਂਤੀ ਆਈ ਇੰਗਲੈਂਡ ਦੇ ਵਿੱਚ, ਤਾਂ ਇੰਗਲੈਂਡ ਦੇ ਜਿਹੜੇ ਮਜ਼ਦੂਰ ਵਰਗ ਦੇ ਲੋਕ ਸੀ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਆਪਣੇ ਬੱਚਿਆਂ ਨੂੰ
ਸਕੂਲਾਂ ਦੇ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ। ਠੀਕ ਹੈ, 1 ਸਾਲ ਤੋਂ ਘੱਟ ਬੱਚੇ ਨੂੰ, ਨਿਰਧਾਰਿਤ ਉਮਰ ਤੋਂ ਘੱਟ ਬੱਚਿਆਂ ਨੂੰ ਸਕੂਲ ਦੇ ਵਿੱਚ ਜਦੋਂ ਭੇਜਣਾ ਸ਼ੁਰੂ ਕੀਤਾ ਤਾਂ ਕੰਮ ਗਲਤ ਹੋ ਗਿਆ। ਠੀਕ ਹੈ, ਕੰਮ ਗਲਤ ਕਿਵੇਂ, ਮਤਲਬ ਬੱਚਿਆਂ ਦੀ ਡਿਵੈਲਪਮੈਂਟ ਹੀ ਪ੍ਰੋਪਰ ਨਹੀਂ ਹੋਊਗੀ। ਕਿਹੜੇ ਸਕੂਲਾਂ ਦੇ ਵਿੱਚ ਭੇਜਿਆ ਗਿਆ, ਜੋ ਕਿ ਰੋਬਰਟ ਓਵੇਨ ਦੁਆਰਾ ਸਕਾਟਲੈਂਡ ਦੇ ਵਿੱਚ ਖੋਲ੍ਹਿਆ ਗਿਆ ਸੀ। ਠੀਕ ਹੈ, ਕਿੰਨਾ ਲਈ ਖੋਲ੍ਹਿਆ ਗਿਆ ਸੀ ਉਹ ਸਕੂਲ ਖੋਲ੍ਹਿਆ ਗਿਆ ਸੀ ਜੀ ਆਪਣੇ ਜਿਹੜੇ ਬੜੇ ਬੱਚੇ ਸੀਗੇ, ਜਾਂ ਵਾਲ ਸਕੂਲ ਖੋਲ੍ਹੇ ਗਏ ਸੀ, ਲੇਕਿਨ ਐਵੇਂ ਇਨਫੈਂਟ ਸਕੂਲ ਕੋਈ ਨਹੀਂ ਖੋਲ੍ਹਿਆ ਗਿਆ ਸੀ। ਉਸ ਤੋਂ ਬਾਅਦ ਫਿਰ ਕੀ ਹੋਇਆ, ਇਨਫੈਂਟ ਸਕੂਲ ਸੁਸਾਇਟੀਆਂ ਦੁਆਰਾ ਅੱਗੇ ਆਉਣ ਵਾਲੇ ਸ਼ਿਸ਼ੂ ਸਕੂਲਾਂ ਨੂੰ ਅੱਗੇ ਵਧਾਇਆ ਗਿਆ ਸੀ। ਠੀਕ ਹੈ, ਫਿਰ ਇਨਫੈਂਟ ਸਕੂਲ ਸੁਸਾਇਟੀਆਂ ਬਣ ਗਈਆਂ। ਠੀਕ ਹੈ, ਉਹਨਾਂ ਦੁਆਰਾ ਕੀ ਹੋਇਆ, ਸ਼ਿਸ਼ੂ ਸਕੂਲਾਂ ਨੂੰ ਅੱਗੇ ਵਧਾਇਆ ਗਿਆ। ਠੀਕ ਹੈ, ਲੇਕਿਨ ਉਹਨਾਂ ਕੋਲ ਕੀ ਸੀ, ਉਹਨਾਂ ਕੋਲ ਇੱਕ ਸਮਾਨ ਉਦੇਸ਼ ਜਾਂ ਪਾਠਕ੍ਰਮ ਜਾਂ ਸਿੱਖਿਆ ਸ਼ਾਸਤਰ ਦੀ ਘਾਟ ਸੀ। ਠੀਕ ਹੈ, ਪਰ ਜੋ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਾਏ ਜਾਂਦੇ ਵਿਸ਼ਿਆਂ ਦੀ ਤਿਆਰੀ ਉਹਨਾਂ ਦੀ ਪ੍ਰਮੁੱਖ ਸੀ। ਇਸੇ ਤਰ੍ਹਾਂ ਦੀ ਪ੍ਰਕਿਰਿਆ ਦੂਜੇ ਉਦਯੋਗਿਕ ਦੇਸ਼ਾਂ ਵਿੱਚ ਵੀ ਵਾਪਰੀ, ਜਿਵੇਂ ਕਿ ਫਰਾਂਸ। ਠੀਕ ਹੈ, ਜਿੱਥੇ ਕਿ ਪਹਿਲਾ ਪ੍ਰੀ ਸਕੂਲ ਕਿਹਨੇ ਖੋਲ੍ਹਿਆ ਸੀ, ਜੀਨ ਫੈਡਰਿਕ ਓਬਰਲਿਨ ਨੇ। ਕਲੀਅਰ ਹੈ ਜੀ, ਸਮਝ ਆ ਗਿਆ, ਕੁਛ ਔਖਾ ਨਹੀਂ ਸੀ ਇਹਦੇ ਵਿੱਚ। ਹੁਣ ਉੱਥੇ ਕੀ ਸੀ, ਫਰਾਂਸ ਦੇ ਵਿੱਚ ਕੀ ਸੀ, ਉੱਥੇ ਛੋਟੇ ਬੱਚਿਆਂ ਲਈ ਸਕੂਲਾਂ ਨੂੰ ਸੈਲਸ ਡੀ ਐਸਾਈਲੀ। ਠੀਕ ਹੈ, ਫਰਾਂਸ ਦੇ ਵਿੱਚ ਜਿਹੜੇ ਛੋਟੇ ਬੱਚਿਆਂ ਲਈ ਸਕੂਲ ਖੋਲ੍ਹੇ ਗਏ ਸੀ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ, ਉਹਨਾਂ ਨੂੰ ਕਿਹਾ ਜਾਂਦਾ ਸੀ ਸੈਲਸ ਡੀ ਐਸਾਈਲੀ। ਠੀਕ ਹੈ, ਇਹਦਾ ਮਤਲਬ ਕੀ ਹੁੰਦਾ ਹੈ, ਜਿਹੜੇ ਫਰਾਂਸ ਦੇ ਵਿੱਚ ਛੋਟੇ ਬੱਚਿਆਂ ਲਈ ਸਕੂਲ ਖੋਲ੍ਹੇ ਗਏ ਸੀ ਉਹਨਾਂ ਨੂੰ ਕੀ ਕਿਹਾ ਗਿਆ ਸੀ ਜੀ, ਉਹਨਾਂ ਨੂੰ ਕਿਹਾ ਗਿਆ ਸੀ ਸੈਲਸ ਡੀ ਅਸਾਈਲੀ, ਜਿਹਦਾ ਕਿ ਲਿਟਰਲੀ ਮੀਨਿੰਗ ਕੀ ਹੁੰਦਾ ਹੈ, ਰੂਮਸ ਆਫ ਦੀ ਅਸਾਈਲਮ। ਠੀਕ ਹੈ, ਕਿਹਾ ਜਾਂਦਾ ਸੀ। ਸ਼ਾਬਦਿਕ ਤੌਰ 'ਤੇ ਜਾਂ ਸ਼ਰਨਾਰਥੀ ਕਮਰੇ ਜਾਂ ਕੰਮ ਕਰਨ ਵਾਲੇ ਵਰਗ ਲਈ ਜਾਂ ਮਜ਼ਦੂਰ ਵਰਗ ਦੇ ਬੱਚਿਆਂ ਲਈ ਰਿਫਿਊਜੀ ਵੀ ਕਿਹਾ ਜਾਂਦਾ ਸੀ ਜਾਂ ਰਿਫਿਊਜ਼ ਵੀ ਕਿਹਾ ਜਾਂਦਾ ਸੀ। ਠੀਕ ਹੈ, ਹੁਣ ਜਿਹੜੇ ਫਰਾਂਸ ਦੇ ਵਿੱਚ ਸਕੂਲ ਖੋਲ੍ਹੇ ਗਏ ਉੱਥੇ ਉਹਨਾਂ ਨੂੰ ਕੀ ਨਾਮ ਦਿੱਤਾ ਗਿਆ, ਉਹਨਾਂ ਨੂੰ ਨਾਮ ਦਿੱਤਾ ਗਿਆ ਜੀ ਸੈਲਸ ਡੀ ਐਸਲ, ਜਿਹਦਾ ਕਿ ਲਿਟਰਲੀ ਮੀਨਿੰਗ ਕੀ ਸੀਗਾ, ਰੂਮਸ ਆਫ ਦਾ ਅਸਾਈਲਮ। ਠੀਕ ਹੈ, ਹੁਣ ਸ਼ਾਬਦਿਕ ਤੌਰ 'ਤੇ ਮਤਲਬ ਸ਼ਬਦਾਂ ਦੇ ਵਿੱਚ, ਠੀਕ ਹੈ, ਸ਼ਾਬਦਿਕ ਤੌਰ ਉੱਤੇ ਸ਼ਰਨਾਰਥੀ ਕਮਰੇ, ਉਹਨਾਂ ਨੂੰ ਸ਼ਰਨਾਰਥੀ ਕਮਰੇ ਵੀ ਕਿਹਾ ਜਾਂਦਾ ਹੈ, ਜਾਂ ਕੰਮ ਕਰਨ ਵਾਲੇ ਵਰਗ ਲਈ ਜਾਂ ਮਜ਼ਦੂਰ ਵਰਗ ਦੇ ਬੱਚਿਆਂ ਲਈ ਰਿਫਿਊਜ਼ ਕਿਹਾ ਜਾਂਦਾ ਸੀ। ਠੀਕ ਹੈ, ਹੁਣ ਹੋਰ ਕੀ ਕਿਹਾ ਜਾਂਦਾ ਸੀਗਾ ਉਹਨਾਂ ਨੂੰ, ਜਿਵੇਂ ਕਿ ਜਿਹੜੇ ਕੰਮ ਕਰਨ ਵਾਲੇ ਹੁੰਦੇ ਹੈ, ਠੀਕ ਹੈ, ਜਾਂ ਮਜ਼ਦੂਰਾਂ ਦੇ ਬੱਚੇ ਹੁੰਦੇ ਹੈ, ਉਹਨਾਂ ਲਈ ਰਿਫਿਊਜ਼ ਸ਼ਬਦ ਵੀ ਵਰਤਿਆ ਜਾਂਦਾ ਸੀ। ਠੀਕ ਹੈ, ਆਪਾਂ ਕਹਿ ਦਿੰਦੇ ਹਾਂ ਨਾ, ਜਿਵੇਂ ਕੋਈ ਬਾਹਰੋਂ ਆਉਂਦੇ ਨੇ, ਜਿਵੇਂ ਇੰਡੀਆ ਤੋਂ ਪਾਕਿਸਤਾਨ ਜਾਂ ਪਾਕਿਸਤਾਨ, ਕਿ ਇਹ ਰਿਫਿਊਜੀ ਨੇ, ਇਹ ਪਾਕਿਸਤਾਨ ਤੋਂ ਆਏ ਹੋਏ ਹੈ। ਆਹੀ ਗੱਲ ਉੱਥੇ ਸੀਗੀ ਕਿ ਜਿਹੜੇ ਮਜ਼ਦੂਰਾਂ ਦੇ ਬੱਚੇ ਸੀ, ਜਿਹੜੇ ਕਮਰੇ 'ਚ ਰਹਿੰਦੇ ਸੀ, ਉਹਨਾਂ ਨੂੰ ਸ਼ਰਨਾਰਥੀ ਕਮਰੇ ਜਾਂ ਕੰਮ ਕਰਨ ਵਾਲੇ ਵਰਗ ਲਈ ਜਾਂ ਮਜ਼ਦੂਰ ਵਰਗ ਦੇ ਬੱਚਿਆਂ ਲਈ ਰਿਫਿਊਜ਼ ਵੀ ਕਿਹਾ ਜਾਂਦਾ ਸੀ। ਠੀਕ ਹੈ, ਇਹ ਅਹਿਸਾਸ ਕਿ ਬਾਲ ਸਕੂਲਾਂ ਵਿੱਚ ਛੋਟੇ ਬੱਚਿਆਂ ਨੂੰ ਉਹਨਾਂ ਦੀ ਉਮਰ ਦੇ ਅਨੁਕੂਲ ਵਿਸ਼ੇਸ਼ ਇਲਾਜ ਦੀ ਲੋੜ ਹੁੰਦੀ ਹੈ। ਜਦੋਂ ਤੱਕ ਜੌਨ ਹੈਨਰਿਕ ਪੈਸਟਲੋਜੀ ਦੇ ਵਿਚਾਰਾਂ ਅਤੇ ਅਭਿਆਸਾਂ ਨੇ ਇੰਗਲੈਂਡ ਵਿੱਚ ਬਹੁਤ ਘੱਟ ਵਿਦਿਅਕ ਸੁਧਾਰਕਾਂ ਦਾ ਧਿਆਨ ਖਿੱਚਿਆ ਨਹੀਂ ਸੀ। ਇਹਦਾ ਅੱਗੇ ਆਪਾਂ ਦੱਸਦੀ ਹਾਂ ਮੈਂ। ਠੀਕ ਹੈ, ਇਹਦੇ ਵਿੱਚ ਕੀ ਅਹਿਸਾਸ ਹੋਇਆ, ਕਿ ਬਾਲ ਸਕੂਲਾਂ ਵਿੱਚ, ਠੀਕ ਹੈ, ਬਾਲ ਸਕੂਲਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਉਹਨਾਂ ਦੇ ਉਮਰ ਦੇ ਅਨੁਕੂਲ ਵਿਸ਼ੇਸ਼ ਇਲਾਜ ਦੀ ਲੋੜ ਹੁੰਦੀ ਹੈ। ਵਿਸ਼ੇਸ਼ ਇਲਾਜ ਮਤਲਬ ਉਹ ਬਿਮਾਰ ਨਹੀਂ ਹੈਗੇ। ਠੀਕ ਹੈ, ਵਿਸ਼ੇਸ਼ ਇਲਾਜ ਦੀ ਉਹ ਲੋੜ ਹੁੰਦੀ ਹੈ ਕਿ ਬੱਚਿਆਂ ਨੂੰ ਖਿਲਾਇਆ ਜਾਵੇ। ਠੀਕ ਹੈ, ਉਹਨਾਂ ਨੂੰ ਡਾਂਸ ਐਕਟੀਵਿਟੀ ਕਰਵਾਈ ਜਾਵੇ ਜਾਂ ਖੇਡਾਂ ਦੇ ਵਿੱਚ ਉਹਨਾਂ ਦਾ ਮਨ ਲਗਾਇਆ ਜਾਵੇ, ਉਹਨਾਂ ਨੂੰ ਬੈਠਣਾ ਸਿਖਾਇਆ ਜਾਵੇ, ਉਹਨਾਂ ਨੂੰ ਖਾਣਾ ਸਿਖਾਇਆ ਜਾਵੇ, ਇਹ ਚੀਜ਼ਾਂ ਦੀ ਲੋੜ ਹੁੰਦੀ ਹੈ। ਠੀਕ ਹੈ, ਇਹ ਜੌਨ ਹੈਨਰਿਕ ਪੈਸਟਲੋਜੀ ਦੇ ਵਿਚਾਰਾਂ ਅਤੇ ਅਭਿਆਸਾਂ ਨੇ ਇੰਗਲੈਂਡ ਵਿੱਚ ਬਹੁਤ ਘੱਟ ਵਿਦਿਅਕ ਸੁਧਾਰਾਂ ਦਾ ਧਿਆਨ ਖਿੱਚਿਆ ਨਹੀਂ ਸੀ। ਮਤਲਬ ਇਹ ਗੱਲ ਵੱਲ ਹਲੇ ਕਿਸੇ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ ਸੀਗਾ। ਠੀਕ ਹੈ, ਕੀ ਅਹਿਸਾਸ ਹੋਇਆ ਕਿ ਬਾਲ ਸਕੂਲਾਂ ਵਿੱਚ ਛੋਟੇ ਬੱਚਿਆਂ ਨੂੰ ਉਹਨਾਂ ਦੇ ਉਮਰ ਦੇ ਅਨੁਕੂਲ ਹੀ ਵਿਸ਼ੇਸ਼ ਇਲਾਜ ਦੀ ਲੋੜ ਹੁੰਦੀ ਹੈ। ਫਿਰ ਕੀ ਹੋਇਆ, ਇਹ ਇੱਕ ਪੋਲਿਸੀ ਹੈ ਜੀ ਪੈਸਟਲੋਇਜ਼ਨ। ਲਾਈਨਾਂ ਉੱਤੇ ਚੱਲਣ ਵਾਲੇ ਸਕੂਲਾਂ ਨੇ ਛੋਟੇ ਬੱਚਿਆਂ ਦੀਆਂ ਖਾਸ ਲੋੜਾਂ ਨੂੰ ਪਹਿਚਾਨਣ ਦੀ ਕੋਸ਼ਿਸ਼ ਕੀਤੀ। ਠੀਕ ਹੈ, ਜਿਹੜੇ ਇਹ ਪੋਲਿਸੀਜ਼ ਤੇ ਚੱਲੇ ਉਹਨਾਂ ਨੇ ਕੀ ਕੀਤਾ ਜੀ, ਜਿਹੜੇ ਛੋਟੇ ਬੱਚੇ ਸੀਗੇ ਉਹਨਾਂ ਦੀਆਂ ਪੋਲਿਸੀਜ਼ ਤੇ ਚੱਲਣ, ਮਤਲਬ ਉਹਨਾਂ ਨੂੰ ਕੀ ਜ਼ਰੂਰਤ ਹੈ ਉਸ 'ਤੇ ਕੰਮ ਕਰਨਾ ਸ਼ੁਰੂ ਕੀਤਾ। ਪਿੱਛੇ ਗੱਲ ਹੋਈ ਸੀ ਨਾ,
ਆ ਦੇਖੋ ਆਪਾਂ ਨੇ ਗੱਲ ਕੀਤੀ ਸੀ ਨਾ ਸੁਧਾਰਕ ਆ ਸੀਗਾ ਜੀ ਜੋਨ ਹੈਨਰਿਕ ਪੈਸਟੋਲੋਜੀ ਦੇ ਵਿਚਾਰਾਂ ਅਤੇ ਅਭਿਆਸਾਂ ਨੇ ਇੰਗਲੈਂਡ ਵਿੱਚ ਘੱਟ ਵਿਦਿਅਕ ਸੁਧਾਰਾਂ ਦਾ ਧਿਆਨ ਖਿੱਚਿਆ ਨਹੀਂ ਸੀ। ਠੀਕ ਹੈ, ਮਤਲਬ ਉਹਨਾਂ ਦਾ ਧਿਆਨ ਹਲੇ ਗਿਆ ਨਹੀਂ ਸੀ ਤਾਂ ਉਹਨਾਂ ਨੇ ਇੱਕ ਪੋਲਿਸੀ ਬਣਾਈ ਜੋਹਨ ਹੈਨਰਿਕ ਨੇ। ਠੀਕ ਹੈ, ਪੈਸਟੋਲੋਜੀਅਨ ਦੇ ਨਾਮ ਤੇ। ਉਹਦੇ ਵਿੱਚ ਕੀ ਸੀ, ਪੈਸਟੋਲੋਜੀਅਨ ਲਾਈਨਾਂ ਤੇ ਚੱਲਣ ਵਾਲੇ ਸਕੂਲਾਂ ਨੇ। ਠੀਕ ਹੈ, ਜਿਹੜੇ ਕਿ ਪੈਸਟੋਲੋਜੀਅਨ ਲਾਈਨਾਂ ਤੇ ਸਕੂਲ ਚੱਲ ਰਹੇ ਸੀ, ਚੱਲਣ ਵਾਲੇ ਸਕੂਲਾਂ ਨੇ ਛੋਟੇ ਬੱਚਿਆਂ ਦੀਆਂ ਜਿਹੜੇ ਛੋਟੇ ਬੱਚੇ ਸੀ ਉਹਨਾਂ ਦੀਆਂ ਖਾਸ ਲੋੜਾਂ ਨੂੰ ਪਹਿਚਾਨਣ ਦੀ ਕੋਸ਼ਿਸ਼ ਕੀਤੀ। ਠੀਕ ਹੈ, ਕੀ ਕੀਤਾ ਜੀ, ਖਾਸ ਲੋੜਾਂ ਨੂੰ, ਛੋਟੇ ਬੱਚਿਆਂ ਦੀਆਂ ਖਾਸ ਲੋੜਾਂ ਨੂੰ ਪਹਿਚਾਨਣ ਦੀ ਕੋਸ਼ਿਸ਼ ਕੀਤੀ, ਨਾ ਕਿ ਉਹਨਾਂ ਨੂੰ ਬਜ਼ੁਰਗ ਵਿਦਿਆਰਥੀਆਂ ਨਾਲੋਂ ਵੱਖਰਾ ਸਮਝ ਕੇ। ਠੀਕ ਹੈ, ਉਹਨਾਂ ਨੇ ਕੀ ਕੀਤਾ, ਇਹ ਲਾਈਨ 'ਚ ਥੋੜ੍ਹੀ ਗੜਬੜੀ ਹੈ, ਤੁਸੀਂ ਆਪਣੇ ਵੱਲੋਂ ਲਿਖ ਲਓ, ਮੈਂ ਬੋਲਦੀ ਹਾਂ। ਲਾਈਨਾਂ 'ਤੇ ਚੱਲਣ ਵਾਲੇ ਸਕੂਲਾਂ ਨੇ ਛੋਟੇ ਬੱਚਿਆਂ ਦੀਆਂ ਖਾਸ ਲੋੜਾਂ ਨੂੰ ਪਹਿਚਾਨਣ ਦੀ ਕੋਸ਼ਿਸ਼ ਕੀਤੀ, ਨਾ ਕਿ ਉਹਨਾਂ ਦੇ ਬਜ਼ੁਰਗ ਵਿਦਿਆਰਥੀਆਂ ਨਾਲ ਉਹਨਾਂ ਨੂੰ ਬਿਠਾਇਆ ਜਾਂ ਬਜ਼ੁਰਗ ਵਿਦਿਆਰਥੀਆਂ ਨਾਲ ਉਹਨਾਂ ਨੂੰ ਵੱਖਰਾ ਸਮਝ ਕੇ। ਠੀਕ ਹੈ, ਆਹ ਵਾਲੀ ਲਾਈਨ ਬੱਚੇ ਅੱਗੇ ਆਉਣੀ ਚਾਹੀਦੀ ਸੀ, ਬਜ਼ੁਰਗ ਵਿਦਿਆਰਥੀਆਂ ਨਾਲੋਂ ਵੱਖਰਾ ਸਮਝ ਕੇ ਸਕੂਲਾਂ ਨੇ ਛੋਟੇ ਬੱਚਿਆਂ ਦੀਆਂ ਖਾਸ ਲੋੜਾਂ ਨੂੰ ਪਹਿਚਾਨਣ ਦੀ ਕੋਸ਼ਿਸ਼ ਕੀਤੀ। ਠੀਕ ਹੈ, ਕਿ ਜਿਹੜੇ ਬਜ਼ੁਰਗ ਵਿਦਿਆਰਥੀ ਸੀ ਉਹਨਾਂ ਤੋਂ ਉਹਨਾਂ ਨੂੰ ਅਲੱਗ ਸਮਝ ਕੇ ਛੋਟੇ ਬੱਚਿਆਂ ਲਈ ਖਾਸ ਲੋੜਾਂ ਨੂੰ ਪਹਿਚਾਨਣ ਦੀ ਕੀ ਕੀਤੀ, ਕੋਸ਼ਿਸ਼ ਕੀਤੀ। ਫਿਰ 1836 ਵਿੱਚ ਪੈਸਟੋਲੋਜੀਅਨ ਹੋਮ ਅਤੇ ਕਲੋਨੀਅਲ ਇਨਫੈਂਟ ਸਕੂਲ ਸੁਸਾਇਟੀ ਨੇ ਕਿਨੇ ਪੈਸਟੋਲੋਜੀਅਨ ਹੋਮ ਅਤੇ ਕਲੋਨੀਅਲ ਇਨਫੈਂਟ ਸਕੂਲ ਸੁਸਾਇਟੀ ਨੇ ਲੰਡਨ ਵਿੱਚ ਆਪਣੇ ਕਾਲਜ ਵਿੱਚ। ਠੀਕ ਹੈ, ਆਪਣੇ ਕਾਲਜ ਦੇ ਵਿੱਚ ਹੀ ਉਹਨਾਂ ਨੇ ਸ਼ਿਸ਼ੂ ਸਕੂਲਾਂ ਲਈ ਅਧਿਆਪਕਾਂ ਨੂੰ ਸਿਖਲਾਈ ਦਿੱਤੀ। ਠੀਕ ਹੈ, 1836 ਵਿੱਚ ਪਹਿਲਾਂ ਉਹਨਾਂ ਨੇ ਕੀ ਕੀਤਾ ਜੀ, ਪੈਸਟੋਲੋਜੀਅਨ ਲਾਈਨਾਂ 'ਤੇ ਕੰਮ ਕੀਤਾ। ਉਹਦੇ ਵਿੱਚ ਕੀ ਸੀ ਕਿ ਜਿਹੜੇ ਵੱਡੇ ਵਿਦਿਆਰਥੀ ਸੀਗੇ ਉਹਨਾਂ ਤੋਂ ਅਲੱਗ ਛੋਟੇ ਬੱਚਿਆਂ ਦਾ ਕੰਮ, ਮਤਲਬ ਉਹਨਾਂ ਨੂੰ ਕੀ ਉਹਨਾਂ ਦੀਆਂ ਖਾਸ ਜ਼ਰੂਰਤਾਂ ਨੇ ਉਹਨੂੰ ਪਹਿਚਾਨਣ ਦੀ ਗੱਲ ਕੀਤੀ। ਠੀਕ ਹੈ, ਉਸ ਤੋਂ ਬਾਅਦ ਕੀ ਕੀਤਾ ਜੀ, ਉਹਨਾਂ ਨੇ ਆਪਣੀ ਹੀ ਕਾਲਜ ਦੇ ਵਿੱਚ ਸ਼ਿਸ਼ੂ ਸਕੂਲਾਂ ਲਈ ਅਧਿਆਪਕਾਂ ਨੂੰ ਸਿਖਲਾਈ ਦਿੱਤੀ। ਠੀਕ ਹੈ, ਇਸ ਸਕੂਲ ਨੇ ਨਾ ਸਿਰਫ ਛੋਟੇ ਬੱਚਿਆਂ ਨੂੰ ਵੱਖੋ ਵੱਖਰੇ ਢੰਗ ਨਾਲ ਸਿੱਖਿਅਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ, ਸਗੋਂ ਇਹ ਵਿਚਾਰ ਵੀ ਪੇਸ਼ ਕੀਤਾ ਕਿ ਬੱਚਿਆਂ ਦੀ ਸ਼ੁਰੂਆਤੀ ਉਮਰ ਵਿੱਚ ਉਹਨਾਂ ਦੀ ਦੇਖਭਾਲ ਅਤੇ ਸਿੱਖਿਆ ਇੱਕ ਹੁਨਰਮੰਦ ਕੰਮ ਹੈ। ਠੀਕ ਹੈ, ਜਾਂ ਹੁਨਰਮੰਦ ਕੰਮ ਹੈ ਜਾਂ ਸੀ, ਹੁਣ ਵੀ ਹੈਗਾ। ਠੀਕ ਹੈ, ਇਹ ਜਿਹੜੇ ਸਕੂਲ ਸੀ ਇਹਨਾਂ ਨੇ ਕੀ ਕੀਤਾ ਜੀ, ਇਹਨਾਂ ਨੇ ਬੱਚੇ ਨੂੰ ਵੱਖੋ ਵੱਖ ਢੰਗ ਨਾਲ ਸਿੱਖਿਅਤ ਕਰਨ ਦੀ ਲੋੜ ਉੱਤੇ ਤਾਂ ਜ਼ੋਰ ਦਿੱਤਾ ਹੀ ਦਿੱਤਾ, ਇਹ ਵੀ ਵਿਚਾਰ ਪੇਸ਼ ਕੀਤਾ। ਠੀਕ ਹੈ, ਕਿ ਜਿਹੜੀ ਸ਼ੁਰੂਆਤੀ ਉਮਰ ਹੁੰਦੀ ਹੈ ਉਹਦੇ ਵਿੱਚ ਜਿਹੜੀ ਬੱਚੇ ਦੀ ਦੇਖਭਾਲ ਹੁੰਦੀ ਹੈ ਅਤੇ ਸਿੱਖਿਆ ਹੁੰਦੀ ਹੈ, ਉਹ ਇੱਕ ਹੁਨਰਮੰਦ ਕੰਮ ਹੁੰਦਾ ਹੈ। ਉਹ ਇੱਕ ਮਤਲਬ ਆਪਣਾ ਐਕਸਪੀਰੀਅੰਸਡ ਬੰਦਾ ਹੀ ਦੇ ਸਕਦਾ ਹੈ। ਜਿਵੇਂ ਕਿ ਅੱਜ ਕੱਲ੍ਹ ਆਪਾਂ ਮੇਡਸ ਰੱਖ ਦਿੰਦੇ ਹਾਂ, ਉਹ ਬਿਲਕੁਲ ਗਲਤ ਹੁੰਦਾ ਹੈ। ਕੋਈ ਲੜਕੀ ਨੂੰ ਆਪਾਂ ਨੇ ਮੇਡ ਰੱਖ ਲਿਆ ਆਪਣੇ ਬੱਚੇ ਦੀ ਡੇ ਕੇਅਰ ਲਈ। ਠੀਕ ਹੈ, ਇੱਕ ਲੜਕੀ ਮਦਰ ਵਾਲਾ ਪਿਆਰ ਨਹੀਂ ਦੇ ਸਕਦੀ। ਠੀਕ ਹੈ, ਇਹਦੇ ਵਿੱਚ ਅੱਗੇ ਇਹੀ ਪੜ੍ਹਾਇਆ ਜਾਊਗਾ ਕਿ ਉਹਨਾਂ ਨੇ ਹੋਰ ਕੀ ਕਿਹਾ ਸੀ। ਠੀਕ ਹੈ, ਕੀ ਕਿਹਾ ਸੀ, ਸਕੂਲ ਨੇ ਨਾ ਸਿਰਫ ਛੋਟੇ ਬੱਚਿਆਂ ਨੂੰ ਵੱਖਰੇ ਢੰਗ ਨਾਲ ਸਿੱਖਿਅਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ, ਸਗੋਂ ਇਹ ਵਿਚਾਰ ਵੀ ਪੇਸ਼ ਕੀਤਾ ਕਿ ਬੱਚਿਆਂ ਦੀ ਸ਼ੁਰੂਆਤੀ ਉਮਰ ਵਿੱਚ ਉਹਨਾਂ ਦੀ ਦੇਖਭਾਲ ਅਤੇ ਸਿੱਖਿਆ ਇੱਕ ਹੁਨਰਮੰਦ ਕੰਮ ਹੈ। ਠੀਕ ਹੈ, ਨੈਕਸਟ ਆ ਜਾਓ ਜੀ, ਅੱਗੇ ਦੇਖੋ, ਜਿਸ ਨੂੰ ਕਿਸੇ ਵੀ ਵਿਅਕਤੀ ਨੂੰ ਬਹੁਤ ਘੱਟ ਤਨਖਾਹ, ਇਹ ਅਗਰ ਤੁਹਾਨੂੰ ਕਲੀਅਰ ਨਹੀਂ ਆ ਰਿਹਾ ਤਾਂ ਬੱਚੇ ਲਿਖ ਲਓ ਕੀ ਲਿਖਿਆ ਹੋਇਆ ਹੈ, ਜਿਸ ਨੂੰ ਕਿਸੇ ਵੀ ਵਿਅਕਤੀ ਨੂੰ ਬਹੁਤ ਘੱਟ ਤਨਖਾਹ ਉੱਤੇ ਕੰਮ ਕਰਨ ਲਈ ਤਿਆਰ ਨਹੀਂ ਛੱਡਿਆ ਜਾਣਾ ਚਾਹੀਦਾ ਹੈ, ਜੋ ਕਿ ਆਮ ਤੌਰ 'ਤੇ ਮਾਂ ਵਰਗੀਆਂ ਕੁੜੀਆਂ ਨੂੰ ਅਦਾ ਕੀਤੇ ਜਾਂਦੇ ਸਨ ਜੋ ਛੋਟੇ ਬੱਚਿਆਂ ਦੀ ਦੇਖਭਾਲ ਕਰਦੀਆਂ ਸਨ। ਇਹ ਉਦੋਂ ਔਖਾ ਹੋ ਗਿਆ ਸੀ ਜਦੋਂ ਬਾਲ ਨਰਸਾਂ ਤੋਂ ਲੈ ਕੇ ਡੇਮ ਸਕੂਲਾਂ ਤੱਕ ਵੱਖ-ਵੱਖ ਬੱਚਿਆਂ ਦੀ ਦੇਖਭਾਲ ਦੇ ਰੂਪ ਬਹੁਤ ਜ਼ਿਆਦਾ ਸਨ ਅਤੇ ਅਧਿਆਪਕਾਂ ਨੂੰ ਕੋਈ ਸਿਖਲਾਈ ਨਹੀਂ ਮਿਲੀ ਸੀ। ਠੀਕ ਹੈ, ਇਹਨਾਂ ਨੇ ਹੁਣ ਕੀ ਕਿਹਾ ਕਿ ਜਿਸ ਨੂੰ ਕਿਸੇ ਵੀ ਵਿਅਕਤੀ ਨੂੰ ਬਹੁਤ ਘੱਟ, ਆਪਾਂ ਕੀ ਕਰਦੇ ਹਾਂ ਜੀ, ਇੱਕ ਮੇਡ ਹਾਇਰ ਕਰਦੇ ਹਾਂ, ਉਹਨੂੰ ਬਹੁਤ ਘੱਟ ਤਨਖਾਹ ਉੱਤੇ ਕੰਮ ਕਰਨ ਲਈ ਤਿਆਰ ਕਰ ਲੈਂਦੇ ਹਾਂ। ਠੀਕ ਹੈ, 5000 7000 ਕਿ ਸਾਡੀ ਬੱਚੇ ਦੀ ਤੁਸੀਂ ਟੇਕ ਕੇਅਰ ਕਰੋ। ਉਹ ਇਹਨਾਂ ਨੇ ਦੱਸਿਆ ਕਿ ਉਹ ਬਹੁਤ ਹੀ ਗਲਤ ਹੈ। ਠੀਕ ਹੈ, ਜਿਸ ਨੂੰ ਕਿਸੇ ਵੀ ਵਿਅਕਤੀ ਨੂੰ ਬਹੁਤ ਘੱਟ ਤਨਖਾਹ ਉੱਤੇ ਕੰਮ ਕਰਨ ਲਈ ਤਿਆਰ ਨਹੀਂ ਛੱਡਿਆ ਜਾਣਾ ਚਾਹੀਦਾ,
ਜੋ ਕਿ ਆਮ ਤੌਰ ਉੱਤੇ ਠੀਕ ਹੈ ਆਮ ਤੌਰ ਤੇ ਕੀ ਹੁੰਦਾ ਹੈ ਮਾਂ ਵਰਗੀਆਂ ਕੁੜੀਆਂ ਨੂੰ ਅਦਾ ਕੀਤੇ ਜਾਂਦੇ ਸਨ ਠੀਕ ਹੈ ਬਹੁਤ ਘੱਟ ਤਨਖਾਹ ਉੱਤੇ ਕੰਮ ਕਰਨ ਲਈ ਤਿਆਰ ਕੀਤਾ ਜਾਂਦਾ ਸੀ ਤੇ ਆਮ ਤੌਰ ਤੇ ਉਹ ਕੁੜੀਆਂ ਹੁੰਦੀਆਂ ਸੀ ਮਾਂ ਵਰਗੀਆਂ ਜਿਨ੍ਹਾਂ ਨੂੰ ਇਹ ਪੈਸੇ ਅਦਾ ਕੀਤੇ ਜਾਂਦੇ ਸਨ ਜੋ ਛੋਟੇ ਬੱਚਿਆਂ ਦੀ ਦੇਖਭਾਲ ਕਰਦੀਆਂ ਸਨ। ਇਹ ਉਦੋਂ ਔਖਾ ਹੋ ਗਿਆ ਕਦੋਂ ਔਖਾ ਹੋ ਗਿਆ ਜਦੋਂ ਬਾਲ ਨਰਸਾਂ ਤੋਂ ਲੈ ਕੇ ਜਦੋਂ ਬੱਚਿਆਂ ਦੀਆਂ ਨਰਸਾਂ ਤੋਂ ਲੈ ਕੇ ਡੇ ਸਕੂਲਾਂ ਤੱਕ ਵੱਖ-ਵੱਖ ਬੱਚਿਆਂ ਦੀ ਦੇਖਭਾਲ ਠੀਕ ਹੈ ਅਲੱਗ-ਅਲੱਗ ਬੱਚਿਆਂ ਦੀ ਦੇਖਭਾਲ ਦੇ ਰੂਪ ਵਿੱਚ ਬਹੁਤ ਜ਼ਿਆਦਾ ਬੱਚੇ ਹੋ ਗਏ ਸਨ ਤੇ ਅਧਿਆਪਕਾਂ ਨੂੰ ਜਿਹੜੀਆਂ ਉਹ ਨਰਸਾਂ ਸੀ ਉਹਨਾਂ ਨੂੰ ਕੋਈ ਸਿਖਲਾਈ ਨਹੀਂ ਮਿਲੀ ਸੀ। ਫਿਰ ਬਹੁਤ ਜ਼ਿਆਦਾ ਔਖਾ ਹੋ ਗਿਆ ਠੀਕ ਹੈ ਜਿਵੇਂ ਇੱਕ ਬੱਚਾ ਹੈ ਇੱਕ ਬੱਚੇ ਨੂੰ ਇੱਕ ਲੜਕੀ ਸੰਭਾਲ ਸਕਦੀ ਸੀਗੀ ਲੇਕਿਨ ਜਦੋਂ ਫਿਰ ਬਹੁਤ ਜ਼ਿਆਦਾ ਹੋ ਗਏ ਜੀ ਬਹੁਤ ਜ਼ਿਆਦਾ ਬੱਚੇ ਹੋ ਗਏ ਫਿਰ ਉਹਨਾਂ ਨੂੰ ਵੀ ਇਹ ਚੀਜ਼ ਔਖੀ ਲੱਗਣ ਲੱਗ ਗਈ। ਕਿਉਂ ਔਖੀ ਲੱਗਣ ਲੱਗ ਗਈ ਕਿਉਂਕਿ ਉਹਨਾਂ ਨੂੰ ਕੋਈ ਟੀਚਿੰਗ ਕੋਈ ਸਿਖਲਾਈ ਨਹੀਂ ਮਿਲੀ ਸੀ। ਇਸੇ ਕਰਕੇ ਅੱਜ ਦੇ ਟਾਈਮ ਦੇ ਵਿੱਚ ਛੋਟੇ ਬੱਚਿਆਂ ਲਈ NTT ਦਾ ਕੋਰਸ ਕਰਵਾਇਆ ਜਾਂਦਾ ਹੈ ਨਾ ਜੋ NTT ਕਰਦਾ ਉਹ NTT ਟੀਚਰ ਬਣਦਾ ਫਿਰ ਜੋ ETT ਕਰਦਾ ਉਹ ETT ਐਲੀਮੈਂਟਰੀ ਟੀਚਰ ਬਣਦਾ ਫਿਰ ਜੋ ਅੱਗੇ B.Ed ਕਰਦਾ ਉਹ ਅੱਗੇ ਸੈਕੰਡਰੀ ਜਾਂ ਮਿਸਟਰੈਸ ਬਣਦਾ ਠੀਕ ਹੈ। ਇਸੇ ਕਰਕੇ ਇਹ ਸਾਰੇ ਜਿਹੜੇ ਹੈਗੇ ਆ ਆਪਣੇ ਕੋਰਸਿਸ ਚੱਲਦੇ ਨੇ ਠੀਕ ਹੈ। ਚਲੋ ਹੁਣ ਅੱਗੇ ਦੇਖਦੇ ਹਾਂ ਇਸ ਵਿਚਾਰ ਲਈ ਹੋਰ ਪ੍ਰੇਰਨਾ ਕਿ ਛੋਟੇ ਬੱਚਿਆਂ ਦੀ ਸਿੱਖਿਆ ਬਜ਼ੁਰਗਾਂ ਲਈ ਪ੍ਰਦਾਨ ਕੀਤੀ ਗਈ ਸਿੱਖਿਆ ਨਾਲੋਂ ਵੱਖਰੀ ਹੋਣੀ ਚਾਹੀਦੀ ਹੈ ਠੀਕ ਹੈ। ਬੱਚੇ ਮੈਂ ਜਿਵੇਂ ਬੋਲਦੀ ਹਾਂ ਆਪਣੀ ਵਰਡਿੰਗ ਦੇ ਵਿੱਚ ਲਿਖ ਲਿਆ ਕਰੋ ਜੋ ਤੁਹਾਨੂੰ ਲਾਈਨ ਨਹੀਂ ਸਮਝ ਆਉਂਦੀ ਨਾ ਲਿਖੀ ਹੋਈ ਉਹ ਆਪਣੀ ਵਰਡਿੰਗ ਦੇ ਵਿੱਚ ਲਿਖ ਲਿਆ ਕਰੋ। ਹੁਣ ਇਹਨਾਂ ਨੇ ਕੀ ਕਿਹਾ ਕਿ ਇਸ ਵਿਚਾਰ ਵਿੱਚ ਹੀ ਹੋਰ ਕੀ ਪ੍ਰੇਰਨਾ ਮਿਲੀ ਕਿ ਜਿਹੜੀ ਛੋਟੇ ਬੱਚਿਆਂ ਦੀ ਸਿੱਖਿਆ ਹੈ ਉਹ ਬਜ਼ੁਰਗਾਂ ਲਈ ਪ੍ਰਦਾਨ ਮਤਲਬ ਵੱਡੇ ਬੱਚਿਆਂ ਲਈ ਪ੍ਰਦਾਨ ਕੀਤੀ ਗਈ ਸਿੱਖਿਆ ਨਾਲੋਂ ਵੱਖਰੀ ਹੋਣੀ ਚਾਹੀਦੀ ਹੈ ਠੀਕ ਹੈ। ਕਿੰਡਰਗਾਰਟਨ ਤੇ ਅੰਤਰਰਾਸ਼ਟਰੀ ਪ੍ਰਸਾਰ ਅਤੇ ਇਸ ਦੇ ਸੰਸਥਾਪਕ ਫਰੈਡਰਿਕ ਫਰੋਇਬਲ ਦੇ ਸਿਧਾਂਤਾਂ ਦੁਆਰਾ ਪ੍ਰਦਾਨ ਕੀਤਾ ਗਿਆ ਸੀ ਠੀਕ ਹੈ। ਇਹ ਕਿਹਨੇ ਦੱਸਿਆ ਸੀ ਆਪਾਂ ਕੱਲ ਹੀ ਪੜ੍ਹਿਆ ਫੈਡਰਿਕ ਫਰੋਇਬਲ ਨੇ ਦੱਸਿਆ ਸੀਗਾ। ਇੰਗਲੈਂਡ ਵਿੱਚ ਪਹਿਲਾ ਕਿੰਡਰਗਾਰਟਨ ਅਤੇ ਇਸ ਦੇ ਬਾਅਦ ਉਦਘਾਟਨ ਕੀਤਾ ਗਿਆ ਸੀ ਠੀਕ ਹੈ। ਮਤਲਬ ਇਸ ਤੋਂ ਬਾਅਦ ਇੰਗਲੈਂਡ ਦੇ ਵਿੱਚ ਪਹਿਲਾ ਕਿੰਡਰਗਾਰਟਨ ਦਾ ਉਦਘਾਟਨ ਹੋਇਆ ਸੀ। ਫਿਰ 1856 ਵਿੱਚ USA ਵਿੱਚ ਕਿੰਡਰਗਾਰਟਨ ਸਕੂਲ ਖੋਲ੍ਹਿਆ ਗਿਆ ਸੀ। ਫਿਰ ਫਰੋਇਬਲ ਦੀ ਵਿਦਿਅਕ ਦ੍ਰਿਸ਼ਟੀ ਵਿੱਚ ਘਰ ਅਤੇ ਕਿੰਡਰਗਾਰਟਨ ਦੋਵਾਂ ਨੂੰ ਸ਼ਾਮਲ ਕੀਤਾ ਗਿਆ ਸੀ। ਜਿਹੜੀ ਫਰੋਇਬਲ ਦੀ ਆਪਾਂ ਨੇ ਕੱਲ ਰੀਡ ਕੀਤੀ ਸੀ ਕਿ ਜਿਹੜੀ ਉਹਨਾਂ ਦੀ ਵਿਦਿਅਕ ਦ੍ਰਿਸ਼ਟੀ ਸੀ ਉਹਦੇ ਵਿੱਚ ਘਰ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੋ ਫਸਟ ਟੀਚਰਸ ਹੁੰਦੇ ਆ ਬੱਚੇ ਦੇ ਉਹ ਉਹਦੇ ਪੇਰੈਂਟਸ ਹੁੰਦੇ ਆ ਠੀਕ ਹੈ। ਮਤਲਬ ਘਰ ਅਤੇ ਕਿੰਡਰਗਾਰਟਨ ਦੋਵਾਂ ਨੂੰ ਸ਼ਾਮਲ ਕੀਤਾ ਗਿਆ ਸੀ ਠੀਕ ਹੈ। ਇਹਦੇ ਵਿੱਚ ਆਪਾਂ ਨੂੰ ਕੀ ਸਮਝ ਆਉਂਦਾ ਇਸ ਪੈਰੇ ਦੇ ਵਿੱਚ ਤੁਸੀਂ ਆਪਣੀ ਵਰਡਿੰਗ ਦੇ ਵਿੱਚ ਲਿਖ ਸਕਦੇ ਹੋ ਕਿ ਇਸ ਵਿਚਾਰ ਲਈ ਹੋਰ ਕਿ ਛੋਟੇ ਬੱਚਿਆਂ ਦੀ ਜਿਹੜੀ ਸਿੱਖਿਆ ਹੈ ਉਹ ਵੱਡੇ ਬੱਚਿਆਂ ਨਾਲੋਂ ਅਲੱਗ ਹੁੰਦੀ ਹੈ। ਫਿਰ ਕਿੰਡਰਗਾਰਟਨ ਦੇ ਅੰਤਰਰਾਸ਼ਟਰੀ ਪ੍ਰਸਾਰ ਠੀਕ ਹੈ ਅੰਤਰਰਾਸ਼ਟਰੀ ਉਹਦਾ ਇੰਟਰਨੈਸ਼ਨਲੀ ਜੋ ਵੀ ਪ੍ਰਸਾਰ ਹੋਇਆ ਉਹਦੇ ਸੰਸਥਾਪਕ ਫਰੋਇਬਲ ਦੁਆਰਾ ਕੀਤਾ ਗਿਆ ਉਹਦੇ ਸਿਧਾਂਤਾਂ ਦੁਆਰਾ ਕੀਤਾ ਗਿਆ ਠੀਕ ਹੈ। ਪਹਿਲਾ ਕਿੰਡਰਗਾਰਟਨ ਸੀ ਜੋ ਇੰਗਲੈਂਡ ਦੇ ਵਿੱਚ ਖੋਲ੍ਹਿਆ ਗਿਆ ਫਿਰ 1856 ਦੇ ਵਿੱਚ USA ਦੇ ਵਿੱਚ ਖੋਲ੍ਹਿਆ ਗਿਆ ਠੀਕ ਹੈ। ਤੇ ਫਰੋਇਬਲ ਦੀ ਜਿਹੜੀ ਵਿਦਿਅਕ ਦ੍ਰਿਸ਼ਟੀ ਸੀਗੀ ਉਹਦੇ ਵਿੱਚ ਕੀ ਸੀ ਘਰ ਅਤੇ ਕਿੰਡਰਗਾਰਟਨ ਦੋਵਾਂ ਨੂੰ ਸ਼ਾਮਲ ਕੀਤਾ ਗਿਆ ਸੀ ਕਲੀਅਰ ਹੈ। ਨੈਕਸਟ ਦੇਖੋ 19ਵੀਂ ਸਦੀ ਦੇ ਅੰਤ ਵਿੱਚ ਕੀ ਹੋਇਆ ਜੀ USA ਵਿੱਚ ਮੁਫਤ ਕਿੰਡਰਗਾਰਟਨ ਅੰਦੋਲਨ ਠੀਕ ਹੈ। USA ਦੇ ਵਿੱਚ ਕੀ ਹੋਇਆ ਸੰਯੁਕਤ ਰਾਜ ਦੇ ਵਿੱਚ ਮੁਫਤ ਕਿੰਡਰਗਾਰਟਨ ਅੰਦੋਲਨ ਅਤੇ ਇੰਗਲੈਂਡ ਅਤੇ ਹੋਰ ਦੇਸ਼ਾਂ ਵਿੱਚ ਅਜਿਹੀਆਂ ਪਹਿਲਕਦਮੀਆਂ ਨੇ ਸ਼ਹਿਰੀ ਗਰੀਬਾਂ ਦੇ ਬੱਚਿਆਂ ਦੇ ਬਚਾਅ ਵਿੱਚ ਕਿੰਡਰਗਾਰਟਨ ਦੀ ਭੂਮਿਕਾ ਉੱਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਠੀਕ ਹੈ। ਜਦੋਂ 19th ਸੈਂਚੁਰੀ ਹੋਈ ਉਦੋਂ ਕੀ ਹੋਇਆ ਜੀ ਸਦੀ ਦੇ ਅੰਤ ਵਿੱਚ 19th ਸੈਂਚੁਰੀ ਦੇ ਐਂਡ ਵਿੱਚ ਸੰਯੁਕਤ ਰਾਜ USA ਵਿੱਚ ਠੀਕ ਹੈ ਮੁਫਤ ਕਿੰਡਰਗਾਰਟਨ ਅੰਦੋਲਨ ਸ਼ੁਰੂ ਕੀਤਾ ਗਿਆ ਅਤੇ ਇੰਗਲੈਂਡ ਦੇ ਵਿੱਚ ਅਤੇ ਹੋਰ ਦੇਸ਼ਾਂ ਵਿੱਚ ਅਜਿਹੀਆਂ ਪਹਿਲਕਦਮੀਆਂ ਨੇ ਜਿਹੜੇ ਕਿ ਗਰੀਬੀ ਮਤਲਬ ਸ਼ਹਿਰ ਦੇ ਵਿੱਚ ਗਰੀਬ ਲੋਕ ਸੀ ਦੇ ਬੱਚਿਆਂ ਦੇ ਬਚਾਅ ਵਿੱਚ ਕਿੰਡਰਗਾਰਟਨ ਦੀ ਭੂਮਿਕਾ ਉੱਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ। ਮਤਲਬ ਜਿਹੜੇ ਗਰੀਬਾਂ ਦੇ ਬੱਚੇ ਸੀਗੇ ਠੀਕ ਹੈ ਉਹਨਾਂ ਨੂੰ ਮੁਫਤ ਕਿੰਡਰਗਾਰਟਨ ਦੀ ਸਹੂਲਤ ਦੇਣੀ ਸ਼ੁਰੂ ਕਰ ਦਿੱਤੀ। ਅਧਿਆਪਕਾਂ ਨਾਲੋਂ ਵਧੇਰੇ ਸਮਾਜ ਸੇਵੀ ਮੁਫਤ ਕਿੰਡਰਗਾਰਟਨਾਂ ਦਾ ਆਯੋਜਨ ਕਰਨ ਵਾਲੀਆਂ ਔਰਤਾਂ ਨੇ ਹੌਲੀ-ਹੌਲੀ ਫਰੋਇਬਲ ਦੀ ਰਸਮੀ ਪ੍ਰਣਾਲੀ ਨੂੰ ਰੱਦ ਕਰ ਦਿੱਤਾ। ਹੁਣ ਇਹਨਾਂ ਨੇ ਕੀ ਕਿਹਾ ਕਿ ਜਿਹੜੀਆਂ ਅਧਿਆਪਕਾਂ ਨਾਲੋਂ ਵਧੇਰੇ ਜਿਹੜੇ ਕਿ ਸਮਾਜ ਸੇਵੀ ਸੀਗੇ ਠੀਕ ਹੈ ਜਾਂ ਮੁਫਤ ਕਿੰਡਰਗਾਰਟਨ ਜਿਨ੍ਹਾਂ ਨੇ ਖੋਲ੍ਹੇ ਸੀ ਔਰਤਾਂ ਨੇ ਉਹਨਾਂ ਨੇ ਕੀ ਕੀਤਾ ਫਰੋਇਬਲ ਦੀ ਜਿਹੜੀ ਰਸਮੀ ਪ੍ਰਣਾਲੀ ਸੀ ਉਹਨੂੰ ਹੀ ਰੱਦ ਕਰ ਦਿੱਤਾ।
ਇਸ ਦੇ ਵਿਸਤ੍ਰਿਤ ਨਿਰਦੇਸ਼ਾਂ ਦੇ ਨਾਲ ਕਿ ਉਸ ਦੇ ਉਪਕਰਨ ਜਾਂ ਤੋਹਫੇ ਅਤੇ ਕਿਤਾਬਾਂ ਦੀ ਵਰਤੋਂ ਕਿਵੇਂ ਕਰਨੀ ਹੈ। ਠੀਕ ਹੈ, ਜਿਵੇਂ ਕਿ ਆਪਾਂ ਨੇ ਦੇਖਿਆ ਸੀ ਨਾ, ਫਰੋਇਵਲ ਨੇ ਆਪਾਂ ਨੂੰ 7 ਤੋਹਫੇ ਦਿੱਤੇ ਸੀਗੇ। ਠੀਕ ਹੈ, ਤਾਂ ਉਸ ਪ੍ਰਣਾਲੀ ਨੂੰ, ਰਸਮੀ ਪ੍ਰਣਾਲੀ ਨੂੰ ਹੀ ਔਰਤਾਂ ਨੇ ਰੱਦ ਕਰਤਾ। ਠੀਕ ਹੈ, ਰੱਦ ਕਿਵੇਂ ਕਰਤਾ? ਹੋਣਾ ਕਿ ਘਰੇ ਖੋਲ੍ਹਿਆ, ਹੋਣਾ ਕਿੰਡਰਗਾਰਟਨ। ਠੀਕ ਹੈ, ਕਿ ਅਸੀਂ ਮੁਫਤ ਕਿੰਡਰਗਾਰਟਨ ਖੋਲ੍ਹਿਆ ਜੀ, ਸਮਾਜ ਸੇਵੀ ਬਣ ਗਏ। ਤਾਂ ਇਹਨਾਂ ਨੇ ਉਹ ਦੱਸਿਆ ਕਿ ਵਿਸ਼ੇਸ਼ ਨਿਰਦੇਸ਼ਾਂ ਦੇ ਨਾਲ ਕਿ ਉਸਦੇ ਉਪਕਰਨ ਜਾਂ ਤੋਹਫੇ ਅਤੇ ਕਿੱਤਿਆਂ ਦੀ ਵਰਤੋਂ ਕਿਵੇਂ ਕਰਨੀ ਹੈ। ਠੀਕ ਹੈ, ਇਹ ਉਹਨਾਂ ਨੇ ਜਿਹੜੇ ਹੁਣ ਜਿਨ੍ਹਾਂ ਨੇ ਟ੍ਰੇਨਿੰਗ ਨਹੀਂ ਲਿੱਤੀ ਉਹਨਾਂ ਨੇ ਇਹ ਚੀਜ਼ਾਂ ਰੱਦ ਕਰਤੀਆਂ। ਠੀਕ ਹੈ, ਇਹ ਹੋ ਗਿਆ ਜੀ ਆਪਣਾ ਇੱਥੇ ਸਾਰਾ ਖਤਮ ਕਿ ਕਿਵੇਂ ਕਿੰਡਰਗਾਰਟਨ ਦੀ ਗੱਲ ਹੋਈ ਸੀ, ਕਿਵੇਂ ਉਹ ਖੁੱਲ੍ਹੇ। ਠੀਕ ਹੈ, ਹੁਣ ਜਿਹੜੀ ਚੀਜ਼ ਆਈ ਹੈ ਦ ਮੂਵਮੈਂਟ ਆਫ ਨਰਸਰੀ ਸਕੂਲਸ। ਠੀਕ ਹੈ, ਨਰਸਰੀ ਸਕੂਲਾਂ ਦੀ ਲਹਿਰ ਉਹ ਕਦੋਂ ਸ਼ੁਰੂ ਹੋਈ? 19ਵੀਂ ਸਦੀ ਦੇ ਅੰਤ ਤੱਕ ਇੰਗਲੈਂਡ ਵਿੱਚ ਨਰਸਰੀ ਸਕੂਲਾਂ ਦੀ ਇੱਕ ਨਵੀਂ ਲਹਿਰ ਸ਼ੁਰੂ ਕੀਤੀ ਗਈ ਸੀ। ਠੀਕ ਹੈ, ਇੰਗਲੈਂਡ ਦੇ ਵਿੱਚ 19ਵੀਂ ਸਦੀ ਦੇ ਵਿੱਚ ਇੱਕ ਨਵੀਂ ਲਹਿਰ ਸ਼ੁਰੂ ਕਰ ਦਿੱਤੀ ਗਈ ਸੀ। ਉਹਨਾਂ ਮਾਵਾਂ ਦੇ ਬੱਚਿਆਂ ਲਈ ਝੁੱਗੀ ਚੋਪੜੀ ਵਾਲੇ ਖੇਤਰਾਂ ਵਿੱਚ ਸਕੂਲ ਸਥਾਪਿਤ ਕੀਤੇ ਗਏ ਸਨ। ਠੀਕ ਹੈ, ਕੀ ਕੀਤਾ ਗਿਆ ਸੀ? ਜਿਹੜੇ ਲੇਬਰਰ ਕਲਾਸ ਸੀਗੇ ਉਹਨਾਂ ਦੇ ਬੱਚਿਆਂ ਲਈ ਝੁੱਗੀ ਚੋਪੜੀ, ਜਿੱਥੇ ਝੁੱਗੀ ਚੋਪੜੀਆਂ ਸੀ, ਉਹੀ ਖੇਤਰਾਂ ਦੇ ਵਿੱਚ ਸਕੂਲ ਸਥਾਪਿਤ ਕਰ ਦਿੱਤੇ ਗਏ ਸੀ ਤਾਂ ਕਿ ਬੱਚਿਆਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਠੀਕ ਹੈ, ਜੋ ਕੰਮ ਲਈ ਬਾਹਰ ਜਾਂਦੀਆਂ ਸਨ। ਠੀਕ ਹੈ, 19ਵੀਂ ਸਦੀ ਦੇ ਅੰਤ ਤੱਕ ਫਿਰ ਕੀ ਹੋਇਆ ਜੀ? ਇੰਗਲੈਂਡ ਦੇ ਵਿੱਚ ਨਰਸਰੀ ਸਕੂਲਾਂ ਦੀ ਇੱਕ ਨਵੀਂ ਲਹਿਰ ਸ਼ੁਰੂ ਹੋ ਗਈ ਸੀਗੀ, ਜਿਹਦੇ ਵਿੱਚ ਕੀ ਹੋਇਆ? ਉਹਨਾਂ ਦੇ ਮਾਵਾਂ ਦੇ ਬੱਚਿਆਂ ਲਈ ਝੁੱਗੀ ਚੋਪੜੀ ਵਾਲੇ ਖੇਤਰਾਂ ਵਿੱਚ ਸਕੂਲ ਸਥਾਪਿਤ ਕੀਤੇ ਗਏ ਸਨ ਜੋ ਕੰਮ ਲਈ ਬਾਹਰ ਜਾਂਦੀਆਂ ਸੀ। ਇਹਦੇ ਵਿੱਚ ਕੀ ਸੀ? ਮਿਸ ਮਾਰਗਰੇਟ ਮੈਕਮਿਲਨ ਪਾਇਨੀਅਰ ਸੀਗੀ। ਠੀਕ ਹੈ, ਮਤਲਬ ਇਹ ਉਹਨਾਂ ਦਾ ਆਗੂ ਸੀ। ਮਿਸ ਮਾਰਗਰੇਟ ਮੈਕਮਿਲਨ ਉਹਨਾਂ ਦੀ ਆਗੂ ਸੀ ਇੰਗਲੈਂਡ ਦੇ ਵਿੱਚ। ਇਹਦੇ ਵਿੱਚ ਇਹ ਕੁਐਸਚਨ ਬਣ ਸਕਦਾ ਹੈ ਜੀ। ਠੀਕ ਹੈ, ਨਰਸਰੀ ਸਕੂਲਾਂ ਦੀ ਜਿਹੜੀ ਇੰਗਲੈਂਡ ਦੇ ਵਿੱਚ ਲਹਿਰ ਸ਼ੁਰੂ ਹੋਈ ਸੀ ਉਸਦਾ ਪਾਇਨੀਅਰ ਕੌਣ ਸੀ? ਉਸਦਾ ਪਾਇਨੀਅਰ ਕੌਣ ਸੀ ਜੀ? ਮਾਰਗਰੇਟ ਮੈਕਮਿਲਨ। ਠੀਕ ਹੈ, ਉਸਦਾ ਆਗੂ ਕੌਣ ਸੀ? ਮਾਰਗਰੇਟ ਮੈਕਮਿਲਨ। ਉਸਨੇ ਆਪਣੀ ਭੈਣ ਮਾਰਗਰੇਟ ਮੈਕਮਿਲਨ ਦੀ ਜਿਹੜੀ ਭੈਣ ਸੀ ਰਾਚੇਲ ਮੈਕਮਿਲਨ ਦੇ ਨਾਲ ਮਿਲ ਕੇ ਇਸ ਦਿਸ਼ਾ ਵਿੱਚ ਸ਼ਲਾਘਾਯੋਗ ਕੰਮ ਕੀਤਾ। ਇਹ ਦੋਨੋਂ ਸਿਸਟਰਸ ਨੇ ਮਿਲ ਕੇ ਬਹੁਤ ਹੀ ਵਧੀਆ ਕੰਮ ਕੀਤਾ। ਉਹਨਾਂ ਨੇ ਬਹੁਤ ਸਾਰੇ ਸਕੂਲ ਸ਼ੁਰੂ ਕੀਤੇ। ਉਹਨਾਂ ਨੇ ਕੀ ਕੀਤਾ ਜੀ? ਬਹੁਤ ਸਾਰੇ ਸਕੂਲ ਸ਼ੁਰੂ ਕੀਤੇ। ਕੀ ਦਿੱਤੇ ਆਪਾਂ ਨੂੰ? ਉਹਨਾਂ ਨੇ ਬਹੁਤ ਸਾਰੇ ਸਕੂਲ ਸ਼ੁਰੂ ਕੀਤੇ ਅਤੇ ਚੰਗੀ ਆਦਤ ਬਣਨ ਦੇ ਪਿਆਰ ਅਤੇ ਹਮਦਰਦੀ ਉੱਤੇ ਜ਼ੋਰ ਦਿੱਤਾ। ਮਤਲਬ ਚੰਗੀਆਂ ਆਦਤਾਂ ਬਣਨ ਤੇ ਪਿਆਰ ਬਣੇ ਅਤੇ ਹਮਦਰਦੀ ਉੱਤੇ ਜ਼ੋਰ ਦਿੱਤਾ। ਠੀਕ ਹੈ, ਤਾਂ ਕਿ ਜਿਹੜੇ ਲੇਬਰਰ ਸੀਗੇ ਉਹ ਬੱਚਿਆਂ ਨੂੰ ਸਕੂਲ ਦੇ ਵਿੱਚ ਐਡਮਿਸ਼ਨ ਦਿਵਾਉਣ। ਸਮਝ ਆ ਗਿਆ? ਨੈਕਸਟ ਦੇਖੋ, ਮਾਰਗਰੇਟ ਮੈਕਮਿਲਨ ਨੇ ਇੱਕ ਛੋਟੀ ਜਿਹੀ ਕਿਤਾਬ ਲਿਖੀ ਹੈ। ਕਿਹੜੀ ਕਿਤਾਬ ਲਿਖੀ ਹੈ ਜੀ? ਨਰਸਰੀ ਸਕੂਲ। ਇਹ ਲਾਜ਼ਮੀ ਤੌਰ ਉੱਤੇ ਉਹਨਾਂ ਨੂੰ ਪੜ੍ਹਨੀ ਚਾਹੀਦੀ ਹੈ ਜੋ ਸਿੱਖਿਆ ਦੀ ਇਸ ਸ਼ਾਖਾ ਵਿੱਚ ਦਿਲਚਸਪੀ ਰੱਖਦੇ ਹਨ। ਜੋ ਐਨਟੀਟੀ ਵਾਲੇ ਸਟੂਡੈਂਟਸ ਹੈ, ਤੁਸੀਂ ਇਹ ਨਰਸਰੀ ਸਕੂਲ ਬੁੱਕ ਪੜ੍ਹ ਸਕਦੇ ਹੋ। ਉਸਨੇ ਟਿੱਪਣੀ ਕੀਤੀ ਸੀ ਕਿ ਨਰਸਰੀਆਂ ਅਤੇ ਨਰਸਰੀ ਸਕੂਲ ਸਿਰਫ ਇਸ ਲਈ ਚਾਹੀਦੇ ਹਨ ਕਿਉਂਕਿ ਛੋਟੇ ਬੱਚੇ ਨਰਸਾਂ ਚਾਹੁੰਦੇ ਹਨ। ਉਹਨਾਂ ਨੇ ਕੀ ਟਿੱਪਣੀ ਕੀਤੀ ਕਿ ਨਰਸਰੀ ਸਕੂਲ ਜਾਂ ਨਰਸਰੀਆਂ ਇਸ ਲਈ ਚਾਹੀਦੀਆਂ ਹਨ ਤੇ ਕਿਉਂਕਿ ਛੋਟੇ ਬੱਚਿਆਂ ਨੂੰ ਨਰਸਾਂ ਚਾਹੁੰਦੇ ਹਨ, ਕਿ ਛੋਟੇ ਬੱਚਿਆਂ ਨੂੰ ਦੇਖਭਾਲ ਲਈ ਨਰਸਾਂ ਚਾਹੀਦੀਆਂ ਹਨ। ਰਚੇਲ ਮੈਕਮਿਲਨ ਦਾ ਸਲੋਗਨ ਸੀ, ਹਰ ਬੱਚੇ ਨੂੰ ਸਿੱਖਿਅਤ ਕਰੋ ਜਿਵੇਂ ਉਹ ਤੁਹਾਡੀ ਜਿੱਤ ਹੈ। ਫਿਰ ਇਹਨਾਂ ਦਾ ਕੀ ਸਲੋਗਨ ਸੀ ਕਿ ਹਰ ਬੱਚੇ ਨੂੰ ਸਿੱਖਿਅਤ ਕੀਤਾ ਜਾਵੇ ਜਿਵੇਂ ਕਿ ਉਹ ਤੁਹਾਡੀ ਜਿੱਤ ਹੈ, ਜਿਵੇਂ ਕਿ ਉਹ ਤੁਹਾਡੀ ਜ਼ਿੰਮੇਵਾਰੀ ਹੈ ਜਾਂ ਤੁਹਾਡੀ ਜਿੱਤ ਹੈ। ਠੀਕ ਹੈ, ਤਾਂ ਇਹਦੇ ਵਿੱਚੋਂ 3 ਕੁਐਸਚਨ ਆਪਣੇ ਬਣਦੇ ਆ ਜੀ। ਪਹਿਲਾ ਕੁਐਸਚਨ ਇਹ ਮੈਂ ਕਰਵਾ ਦੂੰਗੀ, ਅਗਲੀ ਕਲਾਸ ਦੇ ਵਿੱਚ ਮੈਂ ਕਰਵਾਉਂਗੀ। ਠੀਕ ਹੈ, ਵੈਸੇ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੈਕਮਿਲਨ ਜੋ ਇਹਨਾਂ ਦੇ ਪਾਇਨੀਅਰ ਸੀਗੇ, ਨਰਸਰੀ ਸਕੂਲਾਂ ਦੇ ਆਗੂ ਸੀ। ਠੀਕ ਹੈ, ਇਹ ਪੁੱਛ ਸਕਦੇ ਹਾਂ ਜੀ ਨਰਸਰੀ ਸਕੂਲਾਂ ਦੇ ਆਗੂ ਕੌਣ ਸੀਗੇ? ਨਰਸਰੀ ਸਕੂਲਾਂ ਦੇ ਆਗੂ ਸੀਗੇ ਮੈਕਮਿਲਨ। ਠੀਕ ਹੈ, ਮਾਰਗਰੇਟ ਮੈਕਮਿਲਨ। ਫਿਰ ਜੀ ਮੈਕਮਿਲਨ ਦੀ ਕਿਤਾਬ ਦਾ ਕੀ ਨਾਮ ਸੀ? ਮੈਕਮਿਲਨ ਦੀ ਕਿਤਾਬ ਦਾ ਨਾਮ ਸੀ ਨਰਸਰੀ ਸਕੂਲ। ਠੀਕ ਹੈ, ਉਹਦੇ ਵਿੱਚ ਇਹਨਾਂ ਨੇ ਕੀ ਟਿੱਪਣੀ ਕੀਤੀ ਸੀ? ਇਹਨਾਂ ਨੇ ਟਿੱਪਣੀ ਕੀਤੀ ਸੀ ਕਿ ਦਾ ਸਲੋਗਨ ਕੀ ਸੀ? ਰਚੇਲ ਮੈਕਮਿਲਨ ਦਾ ਸਲੋਗਨ ਸੀ, ਇੱਕ ਟਿੱਪਣੀ ਇਹਨਾਂ ਦੀ ਆ ਸੀ, ਟਿੱਪਣੀ ਕੀਤੀ ਸੀ ਕਿ ਨਰਸਰੀਆਂ ਤੇ ਨਰਸਰੀ ਸਕੂਲ ਸਿਰਫ ਇਸ ਲਈ ਚਾਹੀਦੇ ਹਨ ਕਿਉਂਕਿ ਛੋਟੇ ਬੱਚੇ ਨਰਸਾਂ ਚਾਹੁੰਦੇ ਹਨ। ਠੀਕ ਹੈ, ਕਿ ਨਰਸਰੀਆਂ ਤੇ ਨਰਸਰੀ ਸਕੂਲ ਕਿਸ ਲਈ ਚਾਹੀਦੇ ਹਨ? ਕਿਉਂਕਿ ਛੋਟੇ ਬੱਚਿਆਂ ਨੂੰ ਨਰਸਾਂ ਚਾਹੀਦੀਆਂ ਨੇ। ਠੀਕ ਹੈ,
ਤੇ ਫਿਰ ਇਹਨਾਂ ਦਾ ਸਲੋਗਨ ਕੀ ਸੀਗਾ ਕਿ ਹਰ ਬੱਚੇ ਨੂੰ ਸਿੱਖਿਅਤ ਕਰੋ ਜਿਵੇਂ ਉਹ ਤੁਹਾਡੀ ਜਿੱਤ ਹੈ। ਇਹ ਪੁੱਛਿਆ ਜਾ ਸਕਦਾ ਹੈ ਪੇਪਰ ਦੇ ਵਿੱਚ ਕੁਐਸਚਨ ਬਣਾ ਕੇ, ਹਰ ਬੱਚੇ ਨੂੰ ਸਿੱਖਿਅਤ ਕਰੋ ਜਿਵੇਂ ਉਹ ਤੁਹਾਡੀ ਜਿੱਤ ਹੈ, ਸਲੋਗਨ ਕਿਸ ਦਾ ਹੈ, ਠੀਕ ਹੈ, ਕਿਸ ਸਮਾਜਵਾਦੀ ਦਾ ਹੈ ਜਾਂ ਕਿਸ ਪਾਇਨੀਅਰ ਦਾ ਹੈ। ਤਾਂ ਤੁਹਾਨੂੰ ਯਾਦ ਹੋਣਾ ਚਾਹੀਦਾ ਇਹ ਕਿਸ ਦਾ ਹੈ, ਮਾਰਗਰੇਟ ਮੈਕਮਿਲਨ ਦਾ ਹੈ। ਠੀਕ ਹੈ ਸਟੂਡੈਂਟਸ, ਇਹ 4 ਲੈਕਚਰਸ ਤੁਸੀਂ ਕੱਲ ਤੱਕ ਬਹੁਤ ਹੀ ਚੰਗੀ ਤਰ੍ਹਾਂ ਦੇਖ ਲੈਣੇ ਹੈ, ਠੀਕ ਹੈ, ਤਾਂ ਕਿ ਤੁਸੀਂ 5th ਲੈਕਚਰ ਲਈ ਜੋ ਕਿ ਮਾਰਗਰੇਟ ਮੈਕਮਿਲਨ ਨੇ 19th ਸੈਂਚੁਰੀ ਦੇ ਵਿੱਚ ਕਿਵੇਂ ਕਿਵੇਂ ਸਕੂਲਸ ਖੋਲੇ, ਉਸ ਤੋਂ ਬਾਅਦ ਫਿਰ ਮੌਂਟੇਸਰੀ ਸਕੂਲ, ਰਾਜੂ ਮਾਰੀਆ ਮੌਂਟੇਸਰੀ ਬਾਰੇ ਆਪਾਂ ਗੱਲ ਕਰਾਂਗੇ। ਬਸ ਹੁਣ ਤਾਂ 2-3 ਦਿਨਾਂ ਦਾ ਹੀ ਇਹ ਟੌਪਿਕ ਰਹਿ ਗਿਆ। ਫਰਸਟ ਜਿਹੜਾ ਆਪਣਾ ਹੈਗਾ ਹਿਸਟਰੀ, ਠੀਕ ਹੈ, ਡਿਵੈਲਪਮੈਂਟ ਕਿਵੇਂ ਹੋਈ ਹੈ ਇਹਦੀ ਪੱਛਮ ਵੱਲ, ਇਹ ਆਪਾਂ ਪੜ੍ਹ ਰਹੇ ਹਾਂ ਡਿਵੈਲਪਮੈਂਟ ਇਨ ਦ ਵੈਸਟ, ਠੀਕ ਹੈ, ਡਿਵੈਲਪਮੈਂਟ ਇਨ ਦ ਵੈਸਟ ਉਹ ਆਪਾਂ ਪੜ੍ਹ ਰਹੇ ਹਾਂ। ਇਹ ਬਸ ਆਪਣਾ 2-3 ਦਿਨਾਂ ਦੇ ਵਿੱਚ ਜਿਹੜਾ ਟੌਪਿਕ ਹੈਗਾ ਇਹ ਖਤਮ ਹੋ ਜਾਊਗਾ, ਠੀਕ ਹੈ ਸਟੂਡੈਂਟਸ। ਉਦੋਂ ਤੱਕ ਤੁਸੀਂ ਸਾਰੇ ਲੈਕਚਰਸ ਬਹੁਤ ਹੀ ਧਿਆਨ ਨਾਲ ਦੇਖਦੇ ਰਹਿਣਾ ਤੇ ਬਹੁਤ ਹੀ ਆਰਾਮ ਨਾਲ ਸਾਰਾ ਕੁਝ ਨੋਟ ਡਾਊਨ ਕਰ ਲੈਣਾ ਹੈ। ਅਗਰ ਤੁਹਾਨੂੰ ਮੇਰੀ ਲੈਂਗੁਏਜ ਦੇ ਵਿੱਚ ਕੋਈ ਵੀ ਦਿੱਕਤ ਆਉਂਦੀ ਹੈ ਤੁਸੀਂ ਆਪਣੇ ਜੋ ਮੈਂ ਬੋਲਦੀ ਹਾਂ ਉਹ ਲਿਖ ਲਓ, ਠੀਕ ਹੈ, ਠੀਕ ਹੈ ਜੀ, ਕਲੀਅਰ ਹੈ, ਓਕੇ। ਮਿਲਦੇ ਹਾਂ ਕੱਲ ਨੂੰ ਆਪਾਂ ਨੈਕਸਟ ਕਲਾਸ ਦੇ ਵਿੱਚ, ਠੀਕ ਹੈ ਸਟੂਡੈਂਟਸ, ਗੁੱਡ ਨਾਈਟ।